ਜੀ ਕੀ ਫਤਿਹ। ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਬਹੁਤ ਬਹੁਤ ਵੈਲਕਮ। ਨਿੱਘਾ ਮਿੱਠਾ। ਸੰਗਤ ਜੀ, ਅੱਜ ਵਿਚਾਰਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਣਗੀਆਂ ਜਪਜੀ ਸਾਹਿਬ ਦੇ ਵਿੱਚ ਜਿਹੜੇ 5 ਖੰਡ ਨੇ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਡੇ ਕਲਿਆਣ ਦੇ ਲਈ, ਕਲਿਆਣ ਮਤਲਬ ਕਿ ਜੋ ਸਾਡਾ ਜੀਵਨ ਦਾ ਇੱਥੇ ਮਨੋਰਥ ਆ, ਇਸ ਧਰਤੀ ਵਿੱਚ ਸਾਨੂੰ ਭੇਜਿਆ ਗਿਆ, ਤੇ ਉਹ ਮਨੋਰਥ ਸਾਡਾ ਸਿੱਧ ਹੋ ਜਾਵੇ। ਉਹ ਗੁਰੂ ਮਹਾਰਾਜ ਨੇ ਸਾਨੂੰ ਇਹਦੇ ਵਿੱਚ ਗਿਆਨ ਦਿੱਤਾ ਵੀ ਅਸੀਂ ਕਿਸ ਤਰ੍ਹਾਂ ਦਾ ਜੀਵਨ ਜੀਏ ਕਿ ਅਸੀਂ ਕੂੜਿਆਰ ਤੋਂ ਸਚਿਆਰ ਬਣ ਜਾਈਏ। ਜਿਵੇਂ ਜਪਜੀ ਸਾਹਿਬ ਦੇ ਆਰੰਭ ਵਿੱਚ ਆਉਂਦਾ ਨਾ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ। ਕਿਵੇਂ ਸਚਿਆਰੇ ਹੋ ਜਾਈਏ, ਕਿਵੇਂ ਸਾਡੇ ਝੂਠ ਦੀ ਜਿਹੜੀ ਦੀਵਾਰ ਹੈ ਇਹ ਦੂਰ ਹੋ ਜਾਵੇ। ਤਾਂ ਉੱਥੇ ਮਹਾਰਾਜ ਨੇ ਕਿਹਾ, ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾ। ਸੋ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ, ਜਿਹੜਾ ਨਾਲ ਹੀ ਸਾਡੇ ਹੁਕਮ ਲਿਖ ਕੇ ਆਇਆ ਹੋਇਆ ਸਭ ਦੇ ਨਾਲ, ਉਹਦੇ ਨਾਲ ਚੱਲ ਕੇ ਸਾਡੀ ਜਿਹੜੀ ਉਹਦੀ ਰਜ਼ਾ ਵਿੱਚ ਰਾਜੀ ਰਹਿ ਕੇ ਸਾਡਾ ਜਿਹੜੀ ਆ ਦੂਰੀਆਂ ਦੂਰ ਹੋ ਸਕਦੀਆਂ ਨੇ। ਹੁਣ ਇਹ ਜਿਹੜੇ ਆਪਣੇ 5 ਖੰਡ ਨੇ, ਇਹਦੇ ਵਿੱਚ ਸਟੈਪ ਬਾਏ ਸਟੈਪ ਮਹਾਰਾਜ ਜੀ ਸਮਝਾ ਰਹੇ ਨੇ ਵੀ ਅਸੀਂ ਕਿੱਦਾਂ ਦਾ ਜੀਵਨ ਜੀਏ ਕਿ ਅਸੀਂ ਕੁੜਿਆਰ ਤੋਂ ਸਚਿਆਰ ਹੋ ਜਾਈਏ। ਸੱਚ ਦਾ ਖੰਡ ਹੁੰਦਾ ਭਾਗ, ਹਿੱਸਾ, ਤੇ ਅਸੀਂ ਸੱਚ ਦਾ ਹਿੱਸਾ ਬਣ ਜਾਈਏ। ਪਰਮਾਤਮਾ ਸੱਚ ਆ, ਅਸੀਂ ਵੀ ਉਹਦਾ ਹਿੱਸਾ ਬਣ ਜਾਈਏ। ਇਹ ਅਸੀਂ ਪਰਮਾਤਮਾ ਦੇ ਅੰਸ਼, ਲੇਕਿਨ ਅਸੀਂ ਮੈਲੇ ਹੋ ਚੁੱਕੇ ਹਾਂ। ਜਨਮ ਜਨਮ ਕੀ ਮਨ ਕੋ ਮਲ ਲੱਗੀ ਕਾਲਾ ਹੁਆ ਸਿਆ। ਸੋ ਉਹ ਮੈਲਾ ਕਿਵੇਂ ਸਾਡੀਆਂ ਉਤਰਨ, ਕੀ ਅਸੀਂ ਕਰੀਏ, ਕਿਵੇਂ ਅਸੀਂ ਚੱਲੀਏ, ਇਹਦੇ ਬਾਰੇ ਅਸੀਂ ਵਿਚਾਰਾਂ ਕਰਾਂਗੇ। ਤੋ ਸਭ ਤੋਂ ਪਹਿਲਾਂ ਇਹ ਜਿਹੜੇ 5 ਖੰਡਾਂ ਦੇ ਵਿੱਚ ਆ ਜਾਂਦਾ ਆਪਣਾ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ ਖੰਡ, ਔਰ ਫਿਰ ਸੱਚਖੰਡ। ਤੋ ਧਰਮ ਖੰਡ ਵਿੱਚ ਮਹਾਰਾਜ ਜੀ ਕਹਿੰਦੇ ਨੇ ਬਾਣੀ ਵਿੱਚ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਓਥੇ ਪਾਏ, ਨਾਨਕ ਗਿਆ ਜਾਪੇ ਜਾਏ। ਜਿਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਇਹ ਕਿ ਇਹਦੇ ਵਿੱਚ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਦਾ ਜ਼ਿਕਰ ਕੀਤਾ ਵੀ ਕਿੱਥੇ ਆ ਧਰਤੀ ਜਿਹੜੀ ਹੈ ਪਰਮਾਤਮਾ ਦੇ ਸਿਸਟਮ ਵਿੱਚ, ਰੱਬੀ ਪਸਾਰੇ ਦੇ ਵਿੱਚ। ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਨੇ ਰਾਤਾਂ ਵੀ ਬਣਾਈਆਂ, ਰੁੱਤਾਂ ਵੀ ਬਣਾ ਦਿੱਤੀਆਂ, ਦਿਨ ਹਫ਼ਤੇ ਇਹ ਵੀ ਸਾਰੇ ਜਿਹੜੇ ਅਸੀਂ ਮਿੱਥ ਲੈ ਨਾ, ਤੇ ਇਹ ਵੀ ਇਹਦੇ ਵਿੱਚ ਬਣਾ ਦਿੱਤੇ ਗਏ। ਤੇ ਹਵਾ ਆ ਇਹਦੇ ਵਿੱਚ, ਪਾਣੀ ਹੈ ਔਰ ਅਗਨੀ ਹੈ। ਇਹ ਚੀਜ਼ਾਂ ਪਾ ਕੇ ਪਰਮਾਤਮਾ ਨੇ ਉਹਦੇ ਵਿੱਚ ਤਿਸਵੀਂ ਧਰਤੀ ਥਾਪ ਰੱਖੀ ਧਰਮਸਾਲ। ਉਹਦੇ ਵਿੱਚ ਧਰਤੀ ਜਿਹੜੀ ਹੈ ਪਰਮਾਤਮਾ ਨੇ ਟਿਕਾ ਦਿੱਤੀ, ਔਰ ਧਰਤੀ ਨੂੰ ਕੀ ਕਹਿ ਦਿੱਤਾ, ਇਹ ਧਰਮਸ਼ਾਲਾ ਹੈ। ਧਰਮਸ਼ਾਲਾ ਹੁੰਦੀ ਹੈ ਧਰਮ ਕਮਾਉਣ ਦੀ ਜਗ੍ਹਾ। ਲੇਕਿਨ ਧਰਮਸ਼ਾਲਾ ਦੀ ਜਿਹੜੀਆਂ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਵੀ ਹੁੰਦੀਆਂ ਆ। ਧਰਮਸ਼ਾਲਾ ਇੰਨਾ ਸੁੰਦਰ ਮਹਾਰਾਜ ਨੇ ਸੰਬੋਧਨ ਕਰਕੇ ਸਾਨੂੰ ਸਮਝਾ ਦਿੱਤਾ ਧਰਤੀ ਦੇ ਨਾਲ, ਕਿਉਂਕਿ ਕਿਤੇ ਵੀ ਅਸੀਂ ਧਰਮਸ਼ਾਲਾ ਵਿੱਚ ਜਾਈਏ, ਉੱਥੇ ਅਸੀਂ ਥੋੜਾ ਟਾਈਮ ਹੀ ਰੁਕਦੇ ਹਾਂ, ਪੱਕੇ ਡੇਰੇ ਨਹੀਂ ਲਗਾ ਸਕਦੇ। ਕੁਝ ਸਮਾਂ ਇਵੇਂ ਹੀ ਇਸ ਧਰਤੀ ਵਿੱਚ ਸਾਨੂੰ ਭੇਜਿਆ ਗਿਆ, ਤਾਂ ਕੁਝ ਸਮਾਂ ਹੀ ਅਸੀਂ ਇੱਥੇ ਰੁਕਣਾ, ਪੱਕੇ ਡੇਰੇ ਨਹੀਂ ਲਗਾ ਸਕਦੇ। ਤੇ ਇੱਥੇ ਫਿਰ ਅਗਲਾ ਹੋਰ ਇਹਦਾ ਆਊਗਾ, ਇਹਦੇ ਵਿੱਚ ਹੋਰ ਕੀ ਹੈ ਇਸ ਧਰਮਸ਼ਾਲਾ ਦੇ ਵਿੱਚ। ਇੱਕ ਤਾਂ ਹੋ ਗਿਆ ਵੀ ਅਸੀਂ ਪੱਕੇ ਨਹੀਂ ਰਹਿ ਸਕਦੇ, ਥੋੜਾ ਟਾਈਮ ਰੁਕਣਾ, ਫਿਰ ਅਸੀਂ ਇੱਥੋਂ ਜਾਣਾ ਹੀ ਜਾਣਾ। ਨਾਲ ਮਹਾਰਾਜ ਕਹਿੰਦੇ ਨੇ ਇਸ ਧਰਤੀ ਦੇ ਵਿੱਚ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਸ ਧਰਤੀ ਵਿੱਚ ਕਿੰਨੇ ਤਰ੍ਹਾਂ ਦੇ ਜੀਵ ਜੰਤ, ਅਨੇਕਾਂ ਤਰ੍ਹਾਂ ਦੇ ਪਰਮਾਤਮਾ ਨੇ ਜਿਹੜੇ ਰਚੇ ਨੇ, ਉਹਨਾਂ ਦੇ ਅਨੇਕ ਨਾਮ ਆ ਉਹਨਾਂ ਦੇ, ਤੇ ਕਿੰਨੇ ਹੀ ਨੇ, ਅਨੰਤ ਨੇ। ਪਰ ਇੱਥੇ ਹਿਸਾਬ ਕਿਤਾਬ ਕੀ ਚੱਲੇਗਾ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਹਰ ਇੱਕ ਦੇ ਕਰਮਾਂ ਦੀ ਵਿਚਾਰ ਹੋਣੀ ਹੈ ਇਸ ਧਰਮਸ਼ਾਲਾ ਦੇ ਵਿੱਚ। ਜੋ ਅਸੀਂ ਕਰਮਾਂ ਦਾ ਬੀਜ ਬੀਜਣਾ, ਉਹਦਾ ਹੀ ਫਲ ਸਾਨੂੰ ਖਾਣਾ ਪੈਣਾ, ਜੋ ਵੀ ਬੀਜਣਾ। ਸੋ ਕਰਮ ਸਾਡਾ, ਹਰ ਸੋਚ ਵੀ ਸਾਡਾ ਜਿਹੜਾ ਕਰਮ ਆ, ਹਰ ਸਾਡਾ ਬੋਲ ਵੀ ਸਾਡਾ ਕਰਮ ਆ, ਹਰ ਸਾਡਾ ਵਿਹਾਰ ਵੀ ਜਿਹੜਾ ਉਹ ਸਾਡਾ ਕਰਮ ਵਿੱਚ ਹੀ ਆ ਜਾਂਦਾ। ਇਹ ਜਿਹੋ ਜਿਹਾ ਅਸੀਂ ਸੋਚ ਰਹੇ ਹਾਂ, ਜਿਹੋ ਜਿਹਾ ਅਸੀਂ ਬੋਲ ਰਹੇ ਹਾਂ, ਜਿਹੋ ਜਿਹਾ ਅਸੀਂ ਵਿਵਹਾਰ ਕਰ ਰਹੇ ਹਾਂ, ਵਿਹਾਰ, ਉਹ ਸਾਡੇ ਜਿਹੜੇ ਬੀਜੇ ਬੀਜ ਜਾ ਰਹੇ ਨੇ, ਔਰ ਉਹਨਾਂ ਦਾ ਹੀ ਫਲ ਫਿਰ ਸਾਨੂੰ ਭੋਗਣਾ ਪੈ ਜਾਂਦਾ। ਇਹ ਧਰਤੀ ਦੀ
ਇਹ ਧਰਮਸ਼ਾਲਾ ਦੀ ਜਿਹੜੇ ਇਹਦੀ ਵਿਧੀ ਵਿਧਾਨ ਹੈ, ਇਸ ਤਰ੍ਹਾਂ ਪਰਮਾਤਮਾ ਨੇ ਬਣਾਇਆ ਹੋਇਆ। ਔਰ ਇਹਦੇ ਵਿੱਚ ਕੋਈ ਬੇਇਨਸਾਫੀ ਨਹੀਂ ਕਿਸੇ ਨਾਲ ਹੋ ਸਕਦੀ, ਕਿਉਂਕਿ ਮਹਾਰਾਜ ਕਹਿੰਦੇ ਨੇ ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਖੁਦ ਸੱਚਾ, ਉਹਦਾ ਕੋਰਟ ਸੱਚਾ, ਉਹਦਾ ਇਨਸਾਫ ਸੱਚਾ ਆ। ਕਿਉਂਕਿ ਦੁਨੀਆ ਦਾ ਜਿਹੜਾ ਕੋਰਟ ਹੁੰਦਾ ਨਾ, ਇੱਥੇ ਤਾਂ ਅਸੀਂ 100 ਝੂਠ ਬੋਲ ਕੇ, ਬਹਾਨੇ ਬਣਾ ਕੇ, ਰਿਸ਼ਤਾ ਦੇ ਕੇ ਅਸੀਂ ਬਚ ਸਕਦੇ ਹਾਂ ਦੁਨੀਆਵੀ ਕੋਰਟ ਦੇ ਵਿੱਚ। ਇਸ ਜੱਜ ਅੱਗੇ ਬਹੁਤ ਸਾਰਾ ਝੂਠ ਸੱਚ ਪੇਸ਼ ਕੀਤਾ ਜਾ ਸਕਦਾ। ਲੇਕਿਨ ਪਰਮਾਤਮਾ ਖੁਦ ਸੱਚਾ, ਉਹਦਾ ਦਰਬਾਰ ਸੱਚਾ ਆ, ਉੱਥੇ ਕੋਈ ਨਹੀਂ ਝੂਠ ਚੱਲਣਾ। ਉਹ ਜੋ ਅਸੀਂ ਬੀਜਣਾ ਆ, ਉਹਦਾ ਫਲ ਸਾਨੂੰ ਭੋਗਣਾ ਹੀ ਪੈਣਾ। ਹੁਣ ਵੀ ਅਸੀਂ ਉਹੀ ਭੋਗ ਰਹੇ ਹਾਂ, ਜੋ ਅਸੀਂ ਫਲ ਜਿਹੜੇ ਕਰਮ ਬੀਜੇ ਸੀ, ਉਹਦਾ ਹੀ ਫਲ ਅਸੀਂ ਭੋਗ ਰਹੇ ਹਾਂ। ਤਾਂ ਮਹਾਰਾਜ ਕਹਿੰਦੇ ਨੇ ਇਸ ਧਰਮਸ਼ਾਲਾ ਵਿੱਚ, ਧਰਮਖੰਡ ਵਿੱਚ ਪ੍ਰਵਾਨ ਕਿਹਨੂੰ ਕੀਤਾ ਜਾਂਦਾ? ਭੇਜਿਆ ਤਾਂ ਸਾਨੂੰ ਸਾਰਿਆਂ ਨੂੰ ਗਿਆ। ਕੌਣ ਪ੍ਰਵਾਨ ਹੋ ਜਾਂਦੇ ਨੇ? ਤਿੱਥੈ ਸੋਹਨ ਪੰਚ ਪ੍ਰਵਾਨ। ਉਹਦੇ ਪਰਮਾਤਮਾ ਦੇ ਦਰਬਾਰ ਵਿੱਚ ਕੌਣ ਸੋਹਣੇ ਲੱਗਦੇ ਨੇ, ਇਹਨਾਂ ਨੂੰ ਸੁਸ਼ੋਭਿਤ ਕੀਤਾ ਜਾਂਦਾ, ਜਿਹੜੇ ਪੰਜ ਜਿਹੜੇ ਪ੍ਰਵਾਨ ਹੋ ਗਏ ਨੇ। ਸੋ ਪੰਜ ਪ੍ਰਵਾਨ ਜਿਹੜਾ ਅਸੀਂ ਪਿੱਛੇ ਜਪਜੀ ਸਾਹਿਬ ਵਿੱਚ ਰੋਜ਼ ਨਿਤ ਪੜ੍ਹਦੇ ਹਾਂ, 4 ਸੁਣਿਆਂ ਦੀਆਂ ਪੌੜੀਆਂ ਆ ਗਈਆਂ, 4 ਮੰਨਣ ਦੀਆਂ ਪੌੜੀਆਂ ਆ ਗਈਆਂ। ਜਿਨ੍ਹਾਂ ਨੇ ਸੁਣ ਲਿਆ ਗੁਰੂ ਦੇ ਬਚਨਾਂ ਨੂੰ, ਨਾਮ ਨੂੰ, ਔਰ ਜਿਨ੍ਹਾਂ ਨੇ ਮੰਨ ਲਿਆ, ਉਹ ਫਿਰ ਪੰਜ ਪ੍ਰਵਾਨ ਵਿੱਚ ਪਹੁੰਚ ਜਾਂਦੇ ਨੇ। ਸੋ ਜੋ ਗੁਰੂ ਦਾ ਗਿਆਨ ਆ, ਉਹਨੂੰ ਸੁਣਨਾ, ਉਹਨੂੰ ਮੰਨਣਾ, ਪ੍ਰੈਕਟੀਕਲ ਉਹਦੇ ਉੱਤੇ ਚੱਲਣਾ, ਉਹ ਮਹਾਰਾਜ ਜੀ ਕਹਿੰਦੇ ਉਹ ਪ੍ਰਵਾਨ ਹੋ ਜਾਂਦੇ ਨੇ ਪਰਮਾਤਮਾ ਦੀ ਦਰਗਾਹ ਵਿੱਚ। ਫਿਰ ਉਹਨਾਂ ਦੇ ਉੱਤੇ ਕੀ ਕੀਤਾ? ਨਦਰੀ ਕਰਮ ਪਵੇ ਨਿਸ਼ਾਨ। ਪਰਮਾਤਮਾ ਬਖਸ਼ਿਸ਼ ਕਰਕੇ, ਮੇਰਾਂ ਦੀ ਆਪਣੀ ਨਦਰ ਪਾ ਕੇ ਉਹਨਾਂ ਦੇ ਉੱਤੇ ਨਿਸ਼ਾਨ ਪਾ ਦਿੱਤਾ ਜਾਂਦਾ, ਭਾਈ ਇਹ ਪ੍ਰਵਾਨ ਹੋ ਗਏ। ਤੋ ਕਿੰਨੀ ਇਹ ਸੁੰਦਰ ਖੇਡ ਵੀ ਹੈ। ਪਰਮਾਤਮਾ ਨੇ ਜਿਵੇਂ ਸਾਨੂੰ ਦੱਸਿਆ, ਅਸੀਂ ਉਵੇਂ ਚੱਲੀਏ। ਗੁਰੂ ਸਾਹਿਬ ਨੇ ਜਿਵੇਂ ਸਾਨੂੰ ਸਮਝਾਇਆ, ਕਰਮਾਂ ਦਾ ਇੱਥੇ ਸਾਰੀ ਧਰਮ ਖੰਡ ਦੇ ਵਿੱਚ ਸਾਰੀ ਕਰਮਾਂ ਦੀ ਖੇਡ ਦੀ ਗੱਲ ਕੀਤੀ ਗਈ ਹੈ, ਵੀ ਕਰਮ ਸੋਚਣਾ ਵੀ ਸ਼ੁਭ ਹੈ, ਬੋਲਣਾ ਵੀ ਗੁਰੂ ਆਸ਼ਾ ਅਨੁਸਾਰ ਆ, ਔਰ ਸਾਡਾ ਵਿਹਾਰ ਪ੍ਰੈਕਟੀਕਲ ਸਾਡੇ ਕਰਮ ਵੀ ਜਿਹੜੇ ਆ, ਉਹ ਸਾਡੇ ਗੁਰੂ ਆਸ਼ਾ ਅਨੁਸਾਰ ਹੀ ਹੋਣ। ਫਿਰ ਸਾਡੇ ਉੱਤੇ ਜਿਹੜਾ ਆ ਉਹ ਨਿਸ਼ਾਨ ਪੈ ਸਕਦਾ ਪਰਮਾਤਮਾ ਦੀ ਨਦਰ ਦਾ, ਉਹਦੀ ਬਖਸ਼ਿਸ਼ ਦਾ, ਉਹਦੇ ਕਰਮ ਦਾ। ਤੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਜਾਏ। ਸੋ ਕਈ ਵਾਰ ਸਾਨੂੰ ਲੱਗਦਾ ਹੁੰਦਾ ਅਸੀਂ ਠੀਕ ਕਰ ਰਹੇ ਹਾਂ, ਪਰ ਪਰਮਾਤਮਾ ਦੇ ਰੱਬੀ ਕਾਨੂੰਨਾਂ ਅਨੁਸਾਰ ਅਸੀਂ ਠੀਕ ਨਹੀਂ ਕਰ ਰਹੇ ਹੁੰਦੇ। ਤੁਸੀਂ ਦੇਖ ਲਓ ਜ਼ਿੰਦਗੀ 'ਚ ਹਮੇਸ਼ਾ ਹੀ ਅਸੀਂ ਕਹਿੰਦੇ ਮੈਂ ਹੀ ਠੀਕ ਹਾਂ, ਦੂਸਰਾ ਗਲਤ ਹੈ। ਕਿਉਂਕਿ ਬਹੁਤ ਅਸੀਂ ਬਰੀਕੀ ਵਿੱਚ ਆਪਣੇ ਆਪ ਨੂੰ ਨਹੀਂ ਪੜਚੋਲ ਕਰ ਪਾਉਂਦੇ। ਮਹਾਰਾਜ ਜੀ ਕਹਿੰਦੇ ਨੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਜਾਏ। ਸਾਡੀਆਂ ਕੱਚੀਆਂ ਪੱਕੀਆਂ, ਕੱਚੀ ਮਤਲਬ ਜੇ ਅਸੀਂ ਗਲਤ ਵਿਹਾਰ ਕਰਦੇ ਹਾਂ, ਝੂਠ ਆ ਸਾਡਾ ਸਾਰਾ ਕੁਛ, ਇਹ ਕੱਚਾ ਆ। ਪੱਕਾ ਮਤਲਬ ਜੇ ਸ਼ੁਭ ਆ, ਸੱਚ ਆ, ਇਵੇਂ ਦਾ ਜੀਵਨ, ਇਮਾਨਦਾਰੀ ਵਾਲਾ ਜੀਵਨ ਚੱਲ ਰਿਹਾ ਆ, ਫਿਰ ਉਹ ਪੱਕੇ ਆ। ਲੇਕਿਨ ਇਹ ਪਰਮਾਤਮਾ ਦੀ ਦਰਗਾਹ 'ਚ ਹੀ ਸਾਨੂੰ ਪਤਾ ਚੱਲਣਾ ਵੀ ਅਸੀਂ ਕੱਚੇ ਆ ਕਿ ਪੱਕੇ ਆ। ਕੱਚ ਪਕਾਈ ਉੱਥੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਜਾਏ। ਅੱਗੇ ਜਾ ਕੇ ਇਹਦਾ ਪਤਾ ਚੱਲਣਾ, ਮਤਲਬ ਬੀਜ ਤਾਂ ਹੁਣ ਬੀਜ ਰਹੇ ਆ, ਫਿਰ ਇਹਦਾ ਬਾਅਦ 'ਚ ਹੀ ਫਲ ਜਿਹੜਾ ਫਲੀਭੂਤ ਹੋਣਾ ਨਾ, ਫਿਰ ਉਹਦਾ ਪਤਾ ਲੱਗਣਾ ਸਾਨੂੰ। ਤੇ ਹੁਣ ਇਹ ਧਰਮ ਕੀ ਹੈ? ਚਲੋ ਇਹ ਤਾਂ ਦੱਸ ਦਿੱਤਾ, ਧਰਮਸ਼ਾਲਾ ਵਿੱਚ ਆਏ ਆ, ਸਾਨੂੰ ਧਰਮ ਕਮਾਉਣ ਦੇ ਲਈ ਭੇਜਿਆ ਗਿਆ। ਸੋ ਇੱਥੋਂ ਹੁਣ ਬਾਣੀ ਵਿੱਚੋਂ ਅਸੀਂ ਹੋਰ ਸਮਝੀਏ ਵੀ ਸਾਨੂੰ ਕਿਉਂ ਭੇਜਿਆ ਗਿਆ ਇਸ ਧਰਤੀ ਵਿੱਚ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਹੜਾ ਧਰਮ ਅਸੀਂ ਕਮਾਉਣ ਆਏ ਆ? ਅਸੀਂ ਗੋਬਿੰਦ ਜੀ ਨੂੰ ਮਿਲਣਾ ਆ, ਕੁੜਿਆਰ ਤੋਂ ਸੁਚਿਆਰ ਹੋਣ ਲਈ ਆਏ ਆ, ਆਪਣੀਆਂ ਜਨਮਾਂ ਜਨਮ ਦੀਆਂ ਮੇਲਾਂ ਉਤਾਰਨ ਦੇ ਲਈ ਅਸੀਂ ਇੱਥੇ ਆਏ ਆ ਇਸ ਧਰਤੀ ਵਿੱਚ। ਸਾਨੂੰ ਇਸ ਕਾਰਨ ਭੇਜਿਆ ਗਿਆ। ਦੂਸਰਾ ਧਰਮ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਦੱਸ ਦਿੱਤਾ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਮਤਲਬ ਕਰਮ ਵੀ ਨਿਰਮਲ, ਜਿਹੜਾ ਕਰਮਾਂ ਦੇ ਬੀਜ ਬੀਜਣੇ ਉਹਦਾ ਫਲ ਆਣਾ, ਔਰ ਨਾਲ ਪਰਮਾਤਮਾ ਦੀ ਬੰਦਗੀ ਵੀ ਕਰਨੀ। ਇੰਨਾ ਯਾਦ ਰੱਖੀਏ, ਧਰਮ ਖੰਡ ਦੇ ਵਿੱਚ ਇੱਕ ਨਿਰਮਲ ਕਰਮ ਕਰਨੇ ਨੇ, ਸ਼ੁਭ ਕਰਮ ਕਰਨੇ ਨੇ, ਇੱਕ ਉਹਨਾਂ ਦਾ ਬੀਜਿਆ ਹੀ ਸਾਨੂੰ ਫਲ ਮਿਲਣਾ, ਔਰ ਦੂਸਰਾ ਅਸੀਂ ਨਾਮ ਜਪਣਾ, ਬੰਦਗੀ ਕਰਨੀ ਆ। ਇਹ ਸਾਨੂੰ ਭੇਜਿਆ ਹੀ ਇਸ ਕਾਰਨ ਆ। ਮਾਰੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਲਾਹਾ ਲੈਣ ਆਇਆ ਸੀ, ਕਿਉਂਕਿ ਕਰਮ ਤਾਂ ਕਰਨੇ ਨਹੀਂ ਜਦੋਂ ਅਸੀਂ ਇੱਥੇ ਰਹਿਣਾ। ਨਿਰਮਲ ਕਰਮ ਹੋਣ ਔਰ ਪਰਮਾਤਮਾ ਦਾ ਨਾਮ ਜਪਣ ਵਾਲਾ ਲਾਹਾ ਅਸੀਂ ਕੱਟਣ ਆਏ ਸੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਪਕੜੇ, ਸਭ ਮੁਕਦੀ ਚੱਲੀ ਰਹਿਣ। ਤੂੰ ਕਿਹੜੇ ਪੁੱਠੇ ਕੰਮਾਂ ਵਿੱਚ ਹੀ ਲੱਗ ਗਿਆ ਆ, ਵਿਅਰਥ ਕੰਮਾਂ ਵਿੱਚ ਲੱਗ ਗਿਆ। ਜਿਹੜਾ ਕੰਮ ਕਰਨਾ ਸੀ ਉਹ ਤੂੰ ਕੀਤਾ ਨਹੀਂ ਆ, ਤਾਂ ਤੇਰਾ ਸਮਾਂ ਜਿਹੜਾ ਬੀਤਦਾ ਜਾ ਰਿਹਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ।
ਰੱਬ ਰੱਬ ਨੇ ਲਿਖਾ ਮੰਗਣਾ, ਭਾਈ ਤੈਨੂੰ ਭੇਜਿਆ ਤਾਂ ਸੀ ਗੋਬਿੰਦ ਜੀ ਨੂੰ ਮਿਲਣ ਦੇ ਲਈ, ਤੂੰ ਖਾਣ ਪੀਣ ਸੌਣ ਵਿੱਚ ਹੀ ਆਪਣਾ ਸਮਾਂ ਜਿਹੜਾ ਬਤੀਤ ਕਰ ਲਿਆ। ਇਹਦਾ ਲਿਖਾ ਦੇ, ਲਿਖਾ ਲਿਆ ਜਾਣਾ ਸਾਡੇ ਕੋਲ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਰੋਜ਼ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਇਹ ਹੁਣ ਸਾਡੇ ਸਰੀਰ ਨੂੰ ਭੇਜਿਆ ਗਿਆ ਨਾ, ਇਹ ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਇਹਦੇ ਵਿੱਚ ਜਿੰਦ ਪਾ ਕੇ ਭੇਜੀ ਗਈ। ਹੁਣ ਇਹਦੀ ਲਿਮਟ ਆ, ਪਰਮਾਨੈਂਟ ਨਹੀਂ ਸਾਨੂੰ ਇਹ ਸਰੀਰ ਮਿਲਿਆ ਰਹਿਣਾ। ਫਿਰ ਮਹਾਰਾਜ ਕਹਿੰਦੇ ਨੇ, ਪੁੱਛੋ ਆਪਣੇ ਸਰੀਰ ਨੂੰ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕੀ ਕੰਮ ਕੀਤਾ ਤੂੰ ਇਸ ਜੱਗ ਵਿੱਚ ਤਾਂ ਆਇਆ? ਗੋਬਿੰਦ ਜੀ ਨੂੰ ਮਿਲਣ ਦੇ ਲਈ ਆਇਆ ਸੀ, ਕੀ ਤੂੰ ਉਹ ਕਰਮ ਕੀਤੇ ਨੇ ਜਿਸ ਨਾਲ ਤੈਨੂੰ ਗੋਬਿੰਦ ਜੀ ਨੂੰ ਮਿਲਿਆ ਜਾਵੇ? ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚ ਮਾਰੇ ਸਾਨੂੰ ਯਾਦ ਕਰਾਂਗੇ, ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ में, ਜਿਸ ਕੰਮ ਲਈ ਆਇਆ ਸੀ ਤੂੰ ਕੀਤੇ ਨੇ ਉਹ ਕੰਮ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਸ ਪਰਮਾਤਮਾ ਨੇ ਤੇਰੀ ਰਚਨਾ ਰਚੀ ਆ ਤੂੰ ਉਹਨੂੰ ਮਨ ਚ ਹੀ ਨਹੀਂ ਵਸਾਇਆ, ਕਿਉਂਕਿ ਆਇਆ ਹੀ ਤੂੰ ਉਹਨੂੰ ਮਿਲਣ ਦੇ ਲਈ ਸੀ। ਤੋ ਸੰਗਤ ਜੀ ਇਹ ਬਾਣੀ ਜਿਹੜੀ ਰੋਜ਼-ਰੋਜ਼ ਸਾਨੂੰ ਸਮਝਾਉਂਦੀ ਆ ਨਾ, ਉਹ ਅਸੀਂ ਆਪਣੇ ਆਪ ਨੂੰ ਹਿਲਾਈ ਜਾਣਾ, ਝੰਜੋੜੀ ਜਾਣਾ ਵੀ ਦੇਖੋ ਅਸੀਂ ਇਹ ਕਰਮ ਕਮਾਏ ਨਹੀਂ, ਪਰ ਆਏ ਅਸੀਂ ਇਹ ਕਰਮ ਕਰਨ ਦੇ ਲਈ। ਮਹਾਰਾਜ ਕਹਿੰਦੇ ਕਿਆ ਤੈਂ ਖੱਟਿਆ ਕਹਾਂ ਗਵਾਇਆ, ਆਪਣਾ ਹਿਸਾਬ ਕਿਤਾਬ ਕਰਿਆ ਕਰੋ ਰੋਜ਼। ਕੀ ਰੋਜ਼ ਖੱਟਿਆ? ਖੱਟਿਆ ਮਤਲਬ ਕਿੰਨਾ ਕਿ ਆਪਣੇ ਆਪ ਨੂੰ ਪਿਓਰਟੀ ਵੱਲ ਲੈ ਗਏ, ਕਿੰਨਾ ਕਿ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜਣਾ ਸ਼ੁਰੂ ਹੋਏ, ਕਿੰਨਾ ਮੈਲਾਂ ਸਾਡੀਆਂ ਉਤਰਨੀਆਂ ਸ਼ੁਰੂ ਹੋਈਆਂ, ਕੀ ਖੱਟਿਆ ਸੀ? ਔਰ ਕਹਾਂ ਗਵਾਇਆ, ਗਵਾਇਆ ਕਿੱਥੇ? ਸਾਰਾ ਦਿਨ ਕਿੱਥੇ ਵਿਅਰਥ ਅਸੀਂ ਆਪਣਾ ਵੇਸਟ ਕਰ ਲਿਆ। ਚਲੋ ਸ਼ਿਤਾਬ ਦੀਵਾਨ ਬੁਲਾਇਆ, ਤੇ ਜਿੱਦਣ ਹੁਣ ਸਵਾਸ ਕੱਢੇ ਜਾਣੇ ਨੇ ਤਾਂ ਕਹਿੰਦੇ ਚਲੋ ਫਿਰ ਹੁਣ ਤੁਹਾਨੂੰ ਹਿਸਾਬ ਕਿਤਾਬ ਲਈ ਬੁਲਾ ਲਿਆ ਗਿਆ। ਸੋ ਰੋਜ਼-ਰੋਜ਼ ਆਪ ਪੜਚੋਲ ਕਰਦੇ ਰਹੀਏ। ਤਾਂ ਅਸੀਂ ਕਿੱਥੇ ਰਹਿੰਦੇ ਹਾਂ? ਖਾਣਾ, ਪੀਣਾ, ਹੱਸਣਾ, ਸੋਣਾ, ਬਿਸਤਰ ਗਿਆ ਹੈ ਮਰਨਾ। ਇੱਥੇ ਹੀ ਅਸੀਂ ਵਸੇ ਰਹਿੰਦੇ ਹਾਂ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਹੁਣ ਅਸੀਂ ਪਿਛਲੇ ਹਫ਼ਤੇ ਅੱਗੇ ਵਿਚਾਰਾਂ ਕਰ ਚੁੱਕੇ ਹਾਂ ਕਿ ਖਾਣਾ ਪੀਣਾ ਮਾਰੇ ਨੇ ਪਵਿੱਤਰ ਵੀ ਕਿਹਾ ਆ। ਖਾਣਾ ਪੀਣਾ ਪਵਿੱਤਰ ਇਹ ਨਹੀਂ ਅਸੀਂ ਖਾਣਾ ਨਹੀਂ, ਇਸ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਸੀਂ ਖਾਣਾ ਵੀ ਆ, ਅਸੀਂ ਪੀਣਾ ਵੀ ਹੈ, ਅਸੀਂ ਇਹਨੂੰ ਤੰਦਰੁਸਤ ਰੱਖਣ ਦੇ ਲਈ, ਇਹਨੂੰ ਨਰਿਸ਼ ਕਰਨ ਲਈ ਸੌਣਾ ਵੀ ਹੈ। ਲੇਕਿਨ ਜਦੋਂ ਅਸੀਂ ਗਲਤ ਖਾਂਦੇ ਹਾਂ, ਗਲਤ ਪੀਂਦੇ ਹਾਂ, ਲੋੜ ਨਾਲੋਂ ਜ਼ਿਆਦਾ ਗਲਤ ਤਰੀਕੇ ਦੇ ਨਾਲ ਸੌਂਦੇ ਆ, ਉਹ ਮਾਰੇ ਨੇ ਕਿਹਾ ਇਵੇਂ ਤੁਸੀਂ ਆਪਣੇ ਆਪ ਨੂੰ ਖਰਾਬ ਨਾ ਕਰੋ, ਤੁਹਾਨੂੰ ਮੌਤ ਭੁੱਲੀ ਜਾ ਰਹੀ ਹੈ। ਮੌਤ ਯਾਦ ਆ ਤਾਂ ਸਾਰਾ ਕੁਝ ਸਾਡਾ ਸ਼ੁੱਧ ਹੋਏਗਾ, ਪਿਓਰ ਹੋਏਗਾ। ਸੋ ਮਹਾਰਾਜ ਕਹਿੰਦੇ ਖਸਮ ਵਿਸਾਰ ਖੁਆਰੀ ਕੀਨੇ, ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਇਵੋ, ਆਪਣੀ ਪਤ ਸਿੱਧੀ ਕਰ ਜਾ। ਕਹਿੰਦੇ ਇੱਕ ਨਾਮ ਨੂੰ ਧਿਆਓ, ਕੰਮ ਕਾਰ ਕਰਦਿਆਂ, ਖਾਂਦਿਆਂ ਪੀਂਦਿਆਂ ਵਾਹਿਗੁਰੂ ਜੀ ਦੀ ਯਾਦ ਵਿੱਚ ਰਹੋ, ਇਹ ਕੰਮ ਕਰੋ ਮਹਾਰਾਜ ਜੀ ਕਹਿੰਦੇ ਨੇ। ਤੋ ਸੰਗਤ ਜੀ 84 ਲੱਖ ਜੁਨਾਂ ਦੇ ਵਿੱਚੋਂ ਸਾਨੂੰ ਸਭ ਤੋਂ ਉੱਤਮ ਬਣਾ ਕੇ ਭੇਜਿਆ ਗਿਆ। ਮਹਾਰਾਜ ਕਹਿੰਦੇ ਨੇ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਰ। ਤੂੰ ਉੱਥੇ ਦਾ ਸਰਦਾਰ ਆ, ਬਾਕੀ ਜੂਨਾਂ ਤਾਂ ਤੇਰਾ ਪਾਣੀ ਭਰਦੀਆਂ ਨੇ। 84 ਲੱਖ ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਸਾਨੂੰ ਵਡਿਆਈਆਂ ਦਿੱਤੀਆਂ ਨੇ। 84 ਲੱਖ ਦਾ ਤੂੰ ਸਰਦਾਰ ਆ, ਕਿਉਂਕਿ ਸਾਨੂੰ ਹੀ ਇੱਕ ਚਾਂਸ ਆ, ਅਸੀਂ ਹੀ ਗੋਬਿੰਦ ਜੀ ਨੂੰ ਮਿਲ ਸਕਦੇ, ਬਾਕੀ ਜੂਨਾਂ ਨਹੀਂ। ਇਹ ਮਨੁੱਖਾ ਦੇਹੀ ਵਾਲਿਆਂ ਨੂੰ ਇੱਕ ਚਾਂਸ ਆ। ਤਾਂ ਹੀ ਤਾਂ ਬਾਣੀ ਵਿੱਚ ਕਹੇ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇ। ਤਾਂ ਦੇਵਤੇ ਵੀ ਇਸ ਦੇਹ ਨੂੰ ਸਿਮਰਦੇ ਨੇ, ਲੋਚਦੇ ਨੇ ਸਾਨੂੰ ਇਹ ਮਿਲ ਜਾਵੇ, ਕਿਉਂਕਿ ਇਹਨਾਂ ਸਰੀਰਾਂ ਵਿੱਚ ਹੀ ਆ ਕੇ ਕੁਛ ਨੇਕ ਸ਼ੁਭ ਕਰਮ ਕੀਤੇ, ਦੇਵਤਾ ਪਦ ਤੇ ਪਹੁੰਚ ਗਏ ਉਹ, ਲੇਕਿਨ ਹਾਲੇ ਸੰਪੂਰਨ ਨਹੀਂ ਹੋਏ, ਵਾਹਿਗੁਰੂ ਜੀ ਵਿੱਚ ਭੇਦ ਨਹੀਂ ਹੋਏ। ਤਾਂ ਉਹ ਵੀ ਚਾਹੁੰਦੇ ਨੇ ਇੱਕ ਵਾਰ ਫਿਰ ਸਾਨੂੰ ਚਾਂਸ ਮਿਲ ਜਾਵੇ। ਹੁਣ ਨਹੀਂ ਅਸੀਂ ਆਪਣਾ ਜਿਹੜਾ ਟਾਈਮ ਜਿਹੜਾ ਉਹ ਗਵਾਉਣਾ। ਸਾਨੂੰ ਤਾਂ ਮਿਲੀ ਹੋਈ ਮਨੁੱਖਾ ਦੇਹੀ ਸੰਗਤ ਜੀ, ਪਰ ਕਿੰਨਾ ਅਸੀਂ ਧਿਆਨ ਰੱਖੀਏ। ਤੋ ਕਰਮਾਂ ਦਾ ਨਾਲ ਜ਼ਰੂਰ ਧਿਆਨ ਰੱਖਣਾ। ਨਾਮ ਤਾਂ ਜਪਣਾ, ਕਈ ਵਾਰ ਨਾਮ ਜਪ ਰਹੇ ਹੁੰਦੇ ਆ, ਸੋਚ ਮਾੜਾ ਰਹੇ ਹੁੰਦੇ ਆ, ਬੋਲ ਅਸੀਂ ਬੋਲ ਕਬੋਲ ਬੋਲ ਰਹੇ ਹੁੰਦੇ ਆ, ਔਰ ਵਿਹਾਰ ਵੀ ਸਾਡਾ ਬਹੁਤ ਗਲਤ ਹੁੰਦਾ। ਕਰਮਾਂ ਦਾ ਸਿਧਾਂਤ ਬੜਾ ਅਟੱਲ ਆ। ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆ। ਜੋ ਅਸੀਂ ਕਰਮਾਂ ਦੇ ਬੀਜ ਬੀਜਣੇ ਆ ਨਾ, ਉਹਦਾ ਫਲ ਹੀ ਸਾਨੂੰ ਮਿਲਣਾ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦਰਾ ਖੇਤ। ਇਹ ਸਰੀਰ ਜਿਹੜਾ ਆ ਇਹ ਖੇਤ ਆ, ਇਹਦੇ ਵਿੱਚ ਜਿਹੜੇ ਕਰਮਾਂ ਦੇ ਬੀਜ ਬੀਜਣੇ ਆ, ਉਹਦਾ ਹੀ ਫਲ ਸਾਨੂੰ ਜਿਹੜਾ ਉਹ ਭੋਗਣਾ ਪੈਣਾ ਹੈ। ਜਿਹਾ ਬੀਜੇ ਸੋਲਣੇ ਕਰਮ ਇਹ ਖੇਤ, ਇਹ ਕਰਮਾਂ ਦੀ ਖੇਤੀ ਹੈ। ਜਿਹੜੇ ਕਰਮ ਬੀਜਣੇ ਨੇ ਨਾ, ਇਹ ਕਰਮਾਂ ਦੀ ਖੇਤੀ ਹੈ। ਬਸ ਕਿੱਦਾਂ ਦੀ ਅਸੀਂ ਖੇਤੀ ਬੀਜੀਏ, ਕਿਹੋ ਜਿਹੇ ਬੀਜ ਬੀਜੀਏ, ਇਹ ਬਾਣੀ ਵਿੱਚ ਸਾਨੂੰ ਬਾਰ-ਬਾਰ ਮਹਾਰਾਜ ਨੇ ਸਮਝਾ ਦਿੱਤਾ। ਤੇ ਸੰਗਤ ਜੀ ਹੁਣ ਕਰਮਾਂ ਦਾ ਧਿਆਨ ਰੱਖਣਾ,
ਇਹਦੇ ਵਿੱਚ ਅਸੀਂ ਅਗਰ ਧਰਮ ਖੰਡ ਵਿੱਚੋਂ ਲਈਏ ਤਾਂ ਇੱਕ ਤਾਂ ਹੈ ਅਸੀਂ ਕਰਮਾਂ ਦਾ ਧਿਆਨ ਰੱਖਣਾ, ਜਿਹੜੇ ਕਰਮਾਂ ਦੇ ਬੀਜ ਬੀਜਣੇ ਉਹਦਾ ਫਲ ਸਾਨੂੰ ਮਿਲਣਾ ਹੀ ਮਿਲਣਾ। ਦੂਸਰਾ, ਮੌਤ ਨੂੰ ਯਾਦ ਰੱਖੀ, ਥੋੜੇ ਟਾਈਮ ਦੇ ਲਈ ਇੱਥੇ ਸਾਨੂੰ ਭੇਜਿਆ ਗਿਆ ਔਰ ਕਿਸੇ ਨੂੰ ਪਤਾ ਨਹੀਂ ਕਿੰਨੇ ਟਾਈਮ ਦੇ ਲਈ। ਇਹਦਾ ਮਤਲਬ ਹਰ ਵਕਤ ਅਲਰਟ ਰਹੀਏ ਤੇ ਵਾਪਸ ਫਿਰ ਜਾਣਾ ਆ। ਜੋ ਕਰਮਾਂ ਦੇ ਬੀਜ ਬੀਜਣੇ ਉਹ ਭੋਗਣੇ ਹੀ ਪੈਣੇ ਸਾਨੂੰ, ਉਹਦਾ ਫਲ ਸਾਨੂੰ ਮਿਲਣਾ ਮਿਲਣਾ ਆ। ਤੋ ਧਰਮ ਦਾ ਮਤਲਬ ਡਿਊਟੀ ਵੀ ਆ, ਫਰਜ਼ ਵੀ ਆ। ਜਿਹੜਾ ਸਾਨੂੰ ਪਾਰਟ ਮਿਲਿਆ ਧਰਮ ਨਿਭਾਉਣ ਦਾ, ਬਹੁਤ ਹੀ ਸੌਖਾ ਟਰਮ ਹੈਗੀ ਆ। ਜਿਹੜਾ ਵੀ ਸਾਨੂੰ ਪਾਰਟ ਮਿਲਿਆ, ਬਚਪਨ 'ਚ ਅਸੀਂ ਬੱਚੇ ਸੀ ਤਾਂ ਉਦੋਂ ਸਾਡਾ ਆਪਣੇ ਪਰਿਵਾਰ ਦੇ ਪ੍ਰਤੀ ਜੋ ਸਾਡਾ ਰੋਲ ਸੀ, ਪੜ੍ਹਨਾ ਵੀ ਸਾਡਾ ਰੋਲ ਸੀ, ਵੱਡਿਆਂ ਦਾ ਸਤਿਕਾਰ ਕਰਨਾ ਸਾਡਾ ਰੋਲ ਸੀ, ਉਦੋਂ ਉਹਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ, ਇਹ ਮਾਂ-ਬਾਪ ਨੇ ਸਿਖਾਉਣਾ ਹੁੰਦਾ। ਫਿਰ ਜਦੋਂ ਅਸੀਂ ਵੱਡੇ ਹੋ ਗਏ, ਸਾਡੀਆਂ ਡਿਊਟੀਜ਼ ਸ਼ੁਰੂ ਹੋ ਗਈਆਂ। ਅਸੀਂ ਛੋਟਿਆਂ ਪ੍ਰਤੀ ਸਾਡੀ ਕੀ ਡਿਊਟੀ ਹੋਣੀ ਚਾਹੀਦੀ, ਇੱਕ ਭੈਣ ਦੀ ਕੀ ਡਿਊਟੀ ਹੈ ਜਦੋਂ ਭੈਣ ਦੇ ਰੋਲ 'ਚ ਆ, ਭਰਾ ਦੇ ਰੋਲ 'ਚ ਆ ਕੀ ਸਾਡਾ, ਪਤੀ ਦੇ ਰੋਲ ਵਿੱਚ ਕਿਹੜਾ ਸਾਡਾ ਰੋਲ ਆ, ਪਤਨੀ ਦੇ ਰੋਲ ਵਿੱਚ, ਮਾਤਾ ਦੇ ਰੋਲ ਵਿੱਚ, ਪਿਤਾ ਦੇ ਰੋਲ ਵਿੱਚ। ਫਿਰ ਅੱਗੇ ਉਹ ਆ ਗਿਆ ਨਣਾਨਾਂ, ਭਰਜਾਈਆਂ, ਦਰਾਣੀਆਂ, ਜਠਾਣੀਆਂ, ਜਿੱਥੇ-ਜਿੱਥੇ ਆਪਣਾ ਰੋਲ ਆ, ਜੋ ਵਰਕ ਪਲੇਸ ਦੇ ਉੱਤੇ ਕੋਈ ਸਟੇਟਸ ਆ ਸਾਡੇ ਕੋਲ, ਆਪਣਾ ਪਾਰਟ ਇਮਾਨਦਾਰੀ ਦੇ ਨਾਲ ਪਲੇ ਕਰਨਾ, ਇਹ ਬਹੁਤ ਵੱਡਾ ਧਰਮ ਨਿਭਾਉਣਾ ਹੈ। ਬਹੁਤ ਵੱਡਾ ਧਰਮ ਨਿਭਾਉਣਾ ਹੈ, ਕਿਉਂਕਿ ਕਰਮ ਤਾਂ ਇੱਥੇ ਹੀ ਬੀਜੇ ਜਾਂਦੇ ਨੇ। ਫਿਰ ਉਹ ਗਲਤ ਕਰਮ ਬੀਜ ਲੈਂਦੇ ਹਾਂ ਅਸੀਂ, ਮੇਰ ਤੇਰ ਕਰਕੇ, ਹਉਮੈ ਦੇ ਵੱਸ ਹੋ ਕੇ, ਪੰਜਾਂ ਵਿਕਾਰਾਂ ਦੇ ਵੱਸ ਹੋ ਕੇ। ਤੋ ਆਪਣੀ ਪਾਰਟ ਨੂੰ ਇਮਾਨਦਾਰੀ ਦੇ ਨਾਲ ਪਲੇ ਕਰਨਾ। ਜਿਵੇਂ ਸਾਰੇ ਹੀ ਪਰਮਾਤਮਾ ਜਿਹੜੀ ਪ੍ਰਕਿਰਤੀ ਹੈ, ਰਾਤ ਰੁੱਤਾਂ ਬਦਲਦੀਆਂ, ਉਹਦੇ ਹੁਕਮ ਅਨੁਸਾਰ ਅੜੇ ਨਹੀਂ ਰਹਿੰਦੇ, ਅਸੀਂ ਤਾਂ ਅੜ ਜਾਂਦੇ ਹਾਂ ਨਾ। ਸਾਰੇ ਆਪਣਾ ਆਪਣਾ ਡਿਊਟੀ ਕਰ ਰਹੇ ਨੇ, ਸੋ ਅਸੀਂ ਵੀ ਆਪਣੀ ਇਮਾਨਦਾਰੀ ਨਾਲ ਪਾਰਟ ਪਲੇ ਕਰੀਏ, ਮੌਤ ਨੂੰ ਯਾਦ ਰੱਖੀਏ, ਨਾਮ ਜਪੀਏ, ਨਿਰਮਲ ਅਸੀਂ ਕਰਮ ਕਰੀਏ ਜਿਸ ਕਾਰਨ ਸਾਨੂੰ ਭੇਜਿਆ ਗਿਆ, ਔਰ ਪਰਮਾਤਮਾ ਦੇ ਰੱਬੀ ਕਾਨੂੰਨ ਦੇ ਅੱਗੇ ਅਸੀਂ ਟੋਟਲ ਆਪਣੇ ਆਪ ਨੂੰ ਸਰੈਂਡਰ ਕਰ ਦਈਏ, ਇਸ ਕਾਸਮਿਕ ਲਾਅ ਦੇ ਅੱਗੇ। ਅਗਰ ਮਰਜ਼ੀ ਕਰਾਂਗੇ ਫਿਰ ਗਲਤ ਬੀਜ ਲਵਾਂਗੇ, ਮਰਜ਼ੀ ਕਰਾਂਗੇ ਨਾਮ ਵੀ ਨਹੀਂ ਜਪਾਂਗੇ, ਤਾਂ ਫਿਰ ਅਸੀਂ ਜਿਹੜਾ ਆਪਣਾ ਇਹ ਧਰਮ ਖੰਡ ਵਾਲਾ ਸਾਡਾ ਇਹ ਖੰਡ ਦੀ ਯਾਤਰਾ ਤੈਅ ਨਹੀਂ ਹੋ ਪਾਣੀ, ਸਾਡੇ ਉੱਤੇ ਫਿਰ ਨਦਰੀ ਕਰਮ ਪਵੇ ਨਿਸ਼ਾਨ ਨਹੀਂ ਹੋ ਪਾਣਾ, ਅਸੀਂ ਪੰਜ ਪ੍ਰਵਾਨ ਫਿਰ ਨਹੀਂ ਹੋ ਪਾਣੇ। ਤੇ ਪੰਜ ਪ੍ਰਵਾਨ ਹੋਣ ਦੇ ਲਈ ਇਹਨਾਂ ਚੀਜ਼ਾਂ ਦਾ ਅਸੀਂ ਸੰਗਤ ਜੀ ਧਿਆਨ ਰੱਖਣਾ, ਤਾਂ ਕਿ ਵਾਹਿਗੁਰੂ ਦੀ ਨਜ਼ਰ ਸਾਡੇ ਉੱਤੇ ਪੈ ਜਾਵੇ, ਸਾਡੇ ਉੱਤੇ ਵੀ ਨਿਸ਼ਾਨ ਪੈ ਜਾਵੇ, ਤੇ ਧਰਮ ਖੰਡ ਤੋਂ ਸਾਡੀ ਜਿਹੜੀ ਹੈ ਪ੍ਰੋਗਰੈਸ ਹੋ ਜਾਵੇ। ਤੋ ਅਗਲਾ ਖੰਡ ਜਿਹੜਾ ਹੈਗਾ ਉਹ ਗਿਆਨ ਖੰਡ ਹੈ। ਸੋ ਧਰਮ ਖੰਡ ਔਰ ਗਿਆਨ ਖੰਡ ਜਿਹੜੇ ਨੇ ਇਹ ਅਲੱਗ-ਅਲੱਗ ਨਹੀਂ ਆ, ਇਹ ਸਾਰਾ ਨਾਲ ਹੀ ਚੱਲਣਾ ਸਾਡੇ ਜੀਵਨ ਦੇ ਵਿੱਚ। ਉਹ ਇੱਕ ਇੱਕ ਨੂੰ ਗੁਰੂ ਮਹਾਰਾਜ ਨੇ ਇਵੇਂ ਸਾਨੂੰ ਸਮਝਾ ਦਿੱਤਾ। ਗਿਆਨ ਖੰਡ ਦੇ ਵਿੱਚ ਮਹਾਰਾਜ ਜੀ ਕੀ ਕਹਿੰਦੇ ਨੇ, ਧਰਮ ਖੰਡ ਕਾ ਇਹੋ ਧਰਮ। ਇਹਦੇ ਵਿੱਚ ਮਹਾਰਾਜ ਕਹਿੰਦੇ ਨੇ, ਕਿਉਂਕਿ ਇਹਦੇ ਵਿੱਚ ਫਿਰ ਐਡ ਨਹੀਂ ਸੀ ਕਰਨਾ, ਮਹਾਰਾਜ ਨੇ ਤਾਂ ਅਲੱਗ ਹੀ ਰੱਖਣਾ ਸੀ, ਜਿਹੜਾ ਕਹਿੰਦਾ ਧਰਮ ਖੰਡ ਕਾ ਇਹੋ ਧਰਮ। ਮਹਾਰਾਜ ਕਹਿੰਦੇ ਨੇ ਜਿਹੜਾ ਤੁਹਾਨੂੰ ਉੱਪਰ ਅਸੀਂ ਧਰਮ ਖੰਡ ਬਾਰੇ ਸਮਝਾ ਦਿੱਤਾ ਨਾ, ਤੇ ਇਹ ਇਹੀ ਧਰਮ ਹੈ, ਧਰਮ ਇਵੇਂ ਹੀ ਕਮਾਣਾ ਆਪ ਜੀ ਨੇ। ਹੁਣ ਗਿਆਨ ਖੰਡ ਕਾ ਆਖੋ ਕਰਮ, ਮਹਾਰਾਜ ਕਹਿੰਦੇ ਹੁਣ ਤੁਹਾਨੂੰ ਅਸੀਂ ਗਿਆਨ ਖੰਡ ਦਾ ਦੱਸ ਰਹੇ ਹਾਂ, ਉਹਦਾ ਸਿਸਟਮ ਕੀ ਹੈ। ਉਹਦੇ ਵਿੱਚ ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੈ ਘੜਤ ਘੜੀਆ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਨਕ। ਸੰਗਤ ਜੀ ਇਹ ਜਿਹੜਾ ਗਿਆਨ ਖੰਡ ਹੈ ਨਾ, ਇਹ ਹੈਗਾ ਗਿਆਨ ਦਾ ਖੰਡ। ਗਿਆਨ ਦਿੰਦਾ ਸਾਨੂੰ ਗੁਰੂ। ਇਹ ਗੁਰੂ ਮਹਾਰਾਜ ਜੀ ਸਾਨੂੰ ਰੱਬ ਦੇ ਰੱਬੀ ਪਸਾਰੇ ਬਾਰੇ ਸਮਝਾ ਰਹੇ ਨੇ। ਇਹਨੂੰ ਕੱਲਾ ਅਸੀਂ ਇੱਕ ਬਾਹਰ ਪਸਾਰਾ ਨਹੀਂ ਸਮਝ ਲੈਣਾ ਸੰਗਤ ਜੀ, ਕਿਉਂਕਿ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਇਹ ਸਾਰਾ ਅਨੁਭਵ ਅੰਤਰਮੁਖੀ ਵੀ ਹੁੰਦਾ ਹੈ। ਇੱਕ ਬਾਹਰ ਤਾਂ ਅਸੀਂ ਦੇਖ ਲੈਣਾ ਹੋਣਾ ਜਿਹੜਾ ਸਿਸਟਮ ਬਾਣੀ ਵਿੱਚ ਮਹਾਰਾਜ ਨੇ ਸਾਨੂੰ ਦੱਸਿਆ, ਇਹ ਵੀ ਬਾਹਰ ਵੀ ਨਹੀਂ ਅਸੀਂ ਦੇਖ ਸਕਦੇ। ਇਹ ਅੰਤਰਮੁਖੀ ਹੋਏ ਤੋਂ ਬਿਨਾਂ ਇਹਦਾ ਅਨੁਭਵ ਨਹੀਂ ਹੋਣਾ ਸੰਗਤ ਜੀ। ਗਿਆਨ ਖੰਡ ਇਹਦੇ ਵਿੱਚ ਮਹਾਰਾਜ ਜੀ ਕੀ ਕਹਿੰਦੇ ਨੇ, ਕਹਿੰਦੇ ਕਿੰਨੀਆਂ ਹੀ ਇਹਦੇ ਵਿੱਚ ਕੇਤੇ ਪਵਨ ਪਾਣੀ ਵੈਸੰਤਰ, ਇਹਦੇ ਵਿੱਚ ਕਿੰਨੀਆਂ ਹੀ ਹਵਾਵਾਂ ਨੇ, ਕਿੰਨੇ ਤਰ੍ਹਾਂ ਦੇ ਪਾਣੀ ਨੇ, ਕਿੰਨੇ ਤਰ੍ਹਾਂ ਦੀਆਂ ਅੱਗਾਂ, ਕਿੰਨੇ ਹੀ ਕ੍ਰਿਸ਼ਨ ਜੀ। ਅਸੀਂ ਤਾਂ ਇਤਿਹਾਸ ਵਿੱਚ ਸੁਣਿਆ ਨਾ ਇੱਕ ਕ੍ਰਿਸ਼ਨ ਜੀ ਹੋਏ ਨੇ, ਇੰਨਾ ਹੀ ਸੁਣਿਆ ਨਾ ਅਸੀਂ ਉਹਨਾਂ ਦਾ। ਤੇ ਇੱਥੇ ਮਹਾਰਾਜ ਕਹਿੰਦੇ ਕਿੰਨੇ ਕ੍ਰਿਸ਼ਨ ਜੀ, ਕਿੰਨੇ ਸ਼ਿਵ ਜੀ। ਇੱਕ ਅਸੀਂ ਸ਼ਿਵ ਜੀ ਬਾਰੇ ਸੁਣਿਆ ਉਹਨਾਂ ਦਾ ਇਤਿਹਾਸ, ਕਿੰਨੇ ਸ਼ਿਵ ਜੀ ਹੋਏ ਨੇ, ਕਿੰਨੇ ਬ੍ਰਹਮੇ ਹੋਏ ਨੇ, ਬਰਮਾ ਜੀ ਨੂੰ ਕਹਿ ਦਿੰਦੇ
ਉਹ ਜਿਹੜੇ ਘੜਤ ਘੜੀ ਜਾ ਰਹੇ ਨੇ, ਜਿਹੜਾ ਕ੍ਰਿਸ਼ਨ ਦਾ ਕੰਮ ਕਰ ਰਹੇ ਨੇ, ਉਹ ਕਿੰਨੇ ਹੀ ਹੋਏ ਨੇ, ਇੱਕ ਨਹੀਂ, ਔਰ ਕਿੰਨੀਆਂ ਹੀ ਧਰਤੀਆਂ ਨੇ। ਇੱਕ ਧਰਤੀ ਨਹੀਂ, ਚਲੋ ਇਹਦੀ ਸਾਇੰਸ ਤੇ ਰਿਸਰਚ ਕਰ ਦਿੱਤੀ ਵੀ ਬਹੁਤ ਸਾਰੀਆਂ ਧਰਤੀਆਂ, ਕਿੰਨੀਆਂ ਧਰਤੀਆਂ, ਕਿੰਨੇ ਧਰੂਪ ਉਪਦੇਸ਼। ਜਿਵੇਂ ਧਰੂਪ ਭਗਤ ਨੂੰ ਨਾਰਦ ਜੀ ਨੇ ਉਪਦੇਸ਼ ਦਿੱਤਾ, ਮਹਾਰਾਜ ਕਹਿੰਦੇ ਕਿੰਨੇ ਹੀ ਨਾਰਦ ਨੇ, ਇੱਕ ਨਹੀਂ ਹੈਗਾ, ਕਿੰਨੇ ਔਰ ਕਿੰਨੇ ਇੰਦਰ ਆ, ਕਿੰਨੇ ਚੰਦਰਮਾ, ਕਿੰਨੇ ਸੂਰਜ ਆ, ਕਿੰਨੇ ਮੰਡਲ ਆ, ਕਿੰਨੇ ਹੀ ਦੇਸ਼ ਆ, ਕਿੰਨੇ ਸਮੇਰ ਪਰਬਤ ਆ, ਕਿੰਨੇ ਹੀ ਸਿੱਧ ਲੋਕ ਨੇ, ਕਿੰਨੇ ਬੁੱਧ ਨੇ। ਹੁਣ ਇਹ ਅੰਦਰਲੀ ਅਵਸਥਾ ਦੀ ਖੇਡ ਨਾਲ ਸ਼ੁਰੂ ਹੋ ਗਈ ਵੀ ਇਹ ਅੰਤਰ ਦ੍ਰਿਸ਼ਟੀ ਵਿੱਚ ਫਿਰ ਇਹਨਾਂ ਦਾ ਇਹ ਐਡਾ ਪਸਾਰਾ ਜਿਹੜਾ ਪਰਮਾਤਮਾ ਦਾ ਬੇਅੰਤ ਆ ਨਾ, ਇਹ ਛੋਟੀ ਖੇਡ ਨਹੀਂ ਗਿਆਨ ਖੰਡ ਚ ਪਹੁੰਚਣਾ। ਆਪਾਂ ਦਾ ਧਰਮ ਖੰਡ ਹੀ ਨਹੀਂ ਹਲੇ ਠੀਕ ਕਮਾ ਰਹੇ ਸੰਗਤ ਜੀ। ਸੋ ਇਹ ਸਾਰਾ ਫਿਰ ਦਿਵ ਦ੍ਰਿਸ਼ਟੀ ਦੇ ਨਾਲ ਜਿਹੜਾ ਅਨੁਭਵ ਹੁੰਦਾ ਹੈ। ਇਹ ਕਿੰਨੇ ਸਮੁੰਦਰ, ਕਿੰਨੇ ਰਤਨ, ਕਿੰਨੀਆਂ ਖਾਣੀਆਂ, ਕਿੰਨੀਆਂ ਬਾਣੀਆਂ। ਆਪਾਂ ਨੂੰ ਤਾਂ ਹਲੇ 4 ਖਾਣੀਆਂ 4 ਬਾਣੀਆਂ ਦਾ ਪਤਾ ਨਾ, ਅੰਡ ਜੇਰ ਸਿਤ ਜੋਤਪਜ, ਤੇ ਇਹਨਾਂ ਬਾਰੇ ਹੀ ਪਤਾ ਹੈ। ਲੇਕਿਨ ਨਹੀਂ, ਕਹਿੰਦੇ ਕਿੰਨੀਆਂ ਹੀ ਖਾਣੀਆਂ ਤੇ ਕਿੰਨੀਆਂ ਹੀ ਬਾਣੀਆਂ। ਬੈਖਰੀ ਪਰਾ ਬਸੰਤੀ ਇੰਨੀਆਂ ਨਹੀਂ, ਬਹੁਤ ਸਾਰੀਆਂ ਬਾਣੀਆਂ ਆ। ਕਿੰਨੇ ਹੀ ਪਾਤਸ਼ਾਹ ਨੇ, ਕਿੰਨੇ ਨਰਾਂ ਦੇ ਇੰਦਰ ਨੇ, ਇਹ ਬੇਅੰਤ ਪਸਾਰਾ। ਸੋ ਇੱਥੇ ਤੱਕ ਪਹੁੰਚਣ ਲਈ ਜ਼ਰੂਰੀ ਹੈ ਸਾਡੇ ਕਰਮ ਸ਼ੁੱਧ ਹੋਣ, ਜ਼ਰੂਰੀ ਹੈ ਸਾਡੀ ਬੰਦਗੀ ਜਿਹੜੀ ਹੈ ਉਹਦੇ ਵਿੱਚ ਅਸੀਂ ਫੋਕਸ ਕਰੀਏ ਸੰਗਤ ਜੀ, ਤਦ ਕਿਤੇ ਅਨੁਭਵ ਦਾ ਖੇਡ ਜਿਹੜੀ ਹੈ ਸ਼ੁਰੂ ਹੋਣੀ ਹੈ। ਸੋ ਇਹ ਮਹਾਰਾਜ ਨੇ ਸਾਨੂੰ ਗਿਆਨ ਖੰਡ ਦੇ ਵਿੱਚ ਦੱਸ ਦਿੱਤਾ। ਇਹਦੇ ਵਿੱਚ ਰੱਬ ਦੀ ਕ੍ਰਿਸ਼ਨ ਦਾ ਕਰ ਲਿਆ। ਇਹਦੇ ਵਿੱਚ ਇੱਕ ਹੁਣ ਜਿਵੇਂ ਧਰਮ ਖੰਡ ਵਿੱਚ ਇਹ ਕਹਿ ਦਿੱਤਾ ਗੋਬਿੰਦ ਜੀ ਨੂੰ ਮਿਲਣ ਲਈ ਆਏ ਆ। ਹੁਣ ਇਹ ਗੋਬਿੰਦ ਜੀ ਕੀ ਹੈ? ਇਹ ਗੋਬਿੰਦ ਜੀ ਦਾ ਪਸਾਰਾ ਦੱਸਿਆ ਵੀ ਵਾਹਿਗੁਰੂ ਦਾ ਐਡਾ ਵੱਡਾ ਪਸਾਰਾ ਆ। ਔਰ ਇਸ ਗਿਆਨ ਖੰਡ ਵਿੱਚ ਆ ਕੇ ਇਹ ਵੀ ਸਮਝ ਲੱਗ ਜਾਣੀ ਵੀ ਅਸੀਂ ਕਿਸ ਗੱਲ ਦਾ ਮਾਣ ਹੰਕਾਰ ਕਰਦੇ ਫਿਰਦੇ ਹਨਾ। ਇੱਕ ਕ੍ਰਿਸ਼ਨ ਜੀ ਦੀ ਪੂਜਾ ਕੀਤੀ ਧਰਤੀ ਦੇ ਲੋਕਾਂ ਨੇ, 12 ਜਗ੍ਹਾ ਦੇ ਕਿੰਨੇ ਕ੍ਰਿਸ਼ਨ ਨੇ। ਇੱਕ ਸ਼ਿਵ ਜੀ ਦੀ ਆਰਾਧਨਾ ਕੀਤੀ, ਕਿੰਨੇ ਹੀ ਨੇ। ਤੇ ਉਹਨਾਂ ਨੂੰ ਬਣਾਉਣ ਵਾਲਾ ਇੱਕ ਪਰਮਾਤਮਾ। ਇੱਥੇ ਫਿਰ ਇੱਕ ਦੇ ਨਾਲ ਕਨੈਕਸ਼ਨ ਜੁੜਦਾ ਵੀ ਇਹ ਤਾਂ ਕਿੰਨੇ ਹੀ ਆਏ ਸ਼ਿਵ ਜੀ, ਕਿੰਨੇ ਹੀ ਆਏ ਕ੍ਰਿਸ਼ਨ ਜੀ। ਫਿਰ ਇੱਕ ਓਂਕਾਰ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ, ਉੱਥੇ ਕਨੈਕਸ਼ਨ ਸਿੱਧਾ ਜੁੜਦਾ ਵੀ ਕਿਹਦੀ ਕਿਹਦੀ ਆਰਾਧਨਾ ਕਰੀਏ, ਸਿਰਫ ਇੱਕ ਦੀ, ਜਿਹੜਾ ਇੱਕ ਸਭ ਨੂੰ ਬਣਾਉਣ ਵਾਲਾ ਆ। ਇੱਕ ਦੇ ਹੁਕਮ ਵਿੱਚ ਸਭ ਕੁਝ ਬਣ ਰਿਹਾ, ਇੱਕ ਹੀ ਪਾਲਣਾ ਕਰ ਰਿਹਾ, ਇੱਕ ਹੀ ਸਾਰਿਆਂ ਨੂੰ ਜਿਹੜਾ ਲੈ ਕਰ ਰਿਹਾ, ਉਸ ਇੱਕ ਦੀ ਆਰਾਧਨਾ। ਔਰ ਉਹ ਫਿਰ ਇਤਨਾ ਕਿ ਜਿਹਦਾ ਐਡਾ ਵੱਡਾ ਪਸਾਰਾ, ਉਸ ਗੋਬਿੰਦ ਜੀ ਨੂੰ ਅਸੀਂ ਮਿਲਣਾ। ਤਾਂ ਉਹਨੂੰ ਮਿਲਣ ਦੇ ਲਈ ਫਿਰ ਇਹ ਗੱਲੀ ਬਾਤੀ ਨਹੀਂ ਗੱਲ ਹੋਣੀ, ਤੇ ਜ਼ਰੂਰੀ ਹੈ ਵੀ ਉਹ ਜਿਹੜਾ ਜਿਹਦਾ ਐਡਾ ਵੱਡਾ ਪਸਾਰਾ, ਉਹਦੇ ਨਾਲ ਪ੍ਰੇਮ ਵੀ ਜਾਗਦਾ। ਪ੍ਰੇਮ ਜਾਗਦਾ ਆ ਤਾਂ ਫਿਰ ਜਿਹੜੀਆਂ ਮਹਿਲਾਂ ਵੀ ਸਾਫ਼ ਹੁੰਦੀਆਂ। ਜਦੋਂ ਪਤਾ ਲੱਗਦਾ ਐਡਾ ਵੱਡਾ ਪਸਾਰਾ, ਉਹਦੇ ਵਿੱਚ ਸਿਰਫ ਅਸੀਂ ਕਿਨਕੁ ਮਾਤਰ ਔਰ ਥੋੜੇ ਟਾਈਮ ਦੇ ਲਈ, ਔਰ ਸਾਨੂੰ ਆਪਣਾ ਪਤਾ ਹੀ ਨਹੀਂ ਅਸੀਂ ਕਦੋਂ ਇਹ ਸਰੀਰ ਜਿਹੜਾ ਦੇਹ ਤਿਆਗ ਦੇਣੀ ਹੈ, ਤਾਂ ਫਿਰ ਇਹ ਅੰਦਰ ਆਪਣਾ ਝੁਕਦਾ ਹੈ ਉਹਦੇ ਐਡੇ ਵੱਡੇ ਪਸਾਰੇ ਦੇ ਅੱਗੇ। ਸੋ ਇਹ ਇੱਕ ਇਹੋ ਜਿਹੀ ਟਰਮ ਆ ਗਿਆਨ ਖੰਡ ਦੀ, ਸਾਨੂੰ ਸੋਝੀ ਦੇਣ ਦੇ ਲਈ ਜਿਸ ਗੋਬਿੰਦ ਜੀ ਨੂੰ ਮਿਲਣਾ, ਜਿਸ ਪਰਮਾਤਮਾ ਨੂੰ ਮਿਲਣਾ ਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਐਡਾ ਵੱਡਾ ਆ। ਹਾਂ, ਉਹਦੀ ਆਰਾਧਨਾ ਕਰਕੇ, ਉਹਦੇ ਰੱਬੀ ਕਾਨੂੰਨਾਂ ਅਨੁਸਾਰ ਚੱਲ ਕੇ, ਸਭ ਨੂੰ ਪ੍ਰੇਮ ਕਰਕੇ। ਹੁਣ ਇਹਦੇ ਵਿੱਚ ਐਡਾ ਵੱਡਾ ਉਹਦਾ ਪਸਾਰਾ, ਇਹਦੇ ਵਿੱਚ ਸਾਰਿਆਂ ਲਈ ਜਗ੍ਹਾ ਆ। ਕਿਤੇ ਇਕੱਲੇ ਸਾਡਿਆਂ ਲਈ ਨਹੀਂ ਅਸੀਂ ਮਲ ਕੇ ਬੈਠੇ ਰਹਿੰਦੇ ਆ, ਨਹੀਂ, ਸਾਰਿਆਂ ਦੇ ਲਈ ਜੁੜਨਾ, ਸਭ ਦੇ ਨਾਲ ਪ੍ਰੇਮ ਦੇ ਨਾਲ ਚੱਲਣਾ। ਇਹ ਗਿਆਨ ਖੰਡ ਦੀ ਇਹ ਉਹ ਅਵਸਥਾ ਆ ਜਿੱਥੇ ਪਰਮਾਤਮਾ ਦਾ ਵੱਡਾ ਪਸਾਰਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ। ਹਾਲੇ ਸਿਰਫ ਅਸੀਂ ਪੜ੍ਹ ਰਹੇ ਹਾਂ ਬਾਣੀ ਵਿੱਚੋਂ ਵੀ ਇੰਨਾ ਕੁਛ ਹੈਗਾ, ਇਹ ਅਨੁਭਵ ਤੱਕ ਹੀ ਲੈ ਜਾਂਦਾ। ਇਹ ਸੰਗਤ ਜੀ, ਇਹ ਸਾਰਾ ਜਿਹੜਾ ਵਰਤਣਾ ਹੈ ਗੁਰਪ੍ਰਸਾਦ ਹੀ ਹੈ, ਮਤਲਬ ਗੁਰੂ ਦੀ ਗ੍ਰੇਸ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਤੋ ਗਿਆਨ ਖੰਡ ਦੇ ਵਿੱਚ ਮਹਾਰਾਜ ਨੇ ਸਾਨੂੰ ਜਿਹੜੀਆਂ ਸਮਝਾਇਆ, ਇੱਥੋਂ ਕਈ ਵਾਰ ਗਿਆਨ ਕੀ ਕਰਦਾ, ਗਿਆਨ ਤਾਂ ਹੋ ਜਾਂਦਾ ਸਾਨੂੰ, ਧਰਮ ਵੀ ਆਪਾਂ ਨੇਕ ਕਰਮ ਵੀ ਕਰ ਰਹੇ ਹੁੰਦੇ ਆ, ਲੇਕਿਨ ਬਾਣੀਆਂ ਵੀ ਪੜ੍ਹ ਰਹੇ, ਗ੍ਰੰਥ ਵੀ ਪੜ੍ਹ ਰਹੇ, ਨਾਮ ਵੀ ਜਪ ਰਹੇ ਆ, ਸਭ ਕੁਝ ਜੋ ਕਰਨਾ ਚਾਹੀਦਾ ਕਰ ਰਹੇ ਆ। ਔਰ ਸਾਨੂੰ ਗ੍ਰੰਥਾਂ ਰਟ ਜਾਂਦੇ ਨੇ, ਉਹਨਾਂ ਦੇ ਅਰਥ ਵੀ ਸਾਨੂੰ ਆ ਜਾਂਦੇ ਨੇ, ਇੱਕ ਤਰ੍ਹਾਂ ਦੇ, ਕਿੰਨੀ ਤਰ੍ਹਾਂ ਦੇ ਸਾਨੂੰ ਗ੍ਰੰਥਾਂ ਦੇ ਅਰਥ ਆ ਜਾਂਦੇ ਨੇ। ਲੇਕਿਨ ਅਸੀਂ ਲਿਖਣਾ ਵੀ ਸ਼ੁਰੂ ਕਰ ਦਿੰਦੇ ਆ ਰੱਬ ਬਾਰੇ। ਇਵੇਂ ਵੀ ਹੁੰਦਾ ਹੈ, ਆਪਾਂ ਵਿਦਵਾਨ ਲਿਖਦੇ ਆ ਨਾ, ਜਿਹੜੇ ਵੀ ਵਿਦਵਾਨ ਹੋਏ ਨੇ ਸੰਸਾਰ ਵਿੱਚ, ਅੱਛੇ ਭਾਵ ਦੇ ਨਾਲ ਲਿਖ ਵੀ ਰਹੇ ਹੁੰਦੇ ਨੇ, ਲੇਕਿਨ ਫਿਰ ਵੀ ਜ਼ਰੂਰੀ ਨਹੀਂ ਕਿ ਇਹ ਗਿਆਨ ਹੋ ਹੀ ਗਿਆ ਹੋ। ਇੱਥੋਂ ਆਪ ਜੀ ਦੇ ਨਾਲ ਫਿਰ ਅੱਗੇ ਚੱਲਾਂਗੇ ਆਪਾਂ ਸਰਮਖੰਡ ਵੱਲ। ਰਵਿੰਦਰਨਾਥ ਟੈਗੋਰ ਜੀ ਹੋਏ ਨੇ, ਉਹਨਾਂ ਨੇ ਲਿਖਿਆ ਸੀ ਗੀਤਾਂਜਲੀ ਗ੍ਰੰਥ। ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਔਰ ਬੜਾ ਉਹਨਾਂ ਨੇ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਰੱਬ ਬਾਰੇ ਬਿਆਨ ਕੀਤਾ, ਈਸ਼ਵਰ ਦੀ ਮਹਿਮਾ ਗਾਈ ਗਈ, ਉਹਨਾਂ ਨੇ ਈਸ਼ਵਰ ਬਾਰੇ ਬਿਆਨ ਕੀਤਾ।
ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਔਰ ਉਹਨਾਂ ਦਾ ਇਤਨਾ ਕੁ ਸਤਿਕਾਰ ਹੋਣ ਲੱਗ ਗਿਆ, ਇਤਨਾ ਕਿ ਸਤਿਕਾਰ, ਜਿੱਥੇ ਜਾਂਦੇ ਉਹਨਾਂ ਨੂੰ ਸਤਿਕਾਰ ਮਿਲਦਾ, ਜਿੱਥੇ ਜਾਂਦੇ। ਔਰ ਨਾਲ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ, ਇੰਨਾ ਦਰਜਾ ਦੇ ਦਿੱਤਾ ਵਿਦਵਾਨਾਂ ਨੇ ਕਿ ਉਪਨਿਸ਼ਦ ਦੇ ਜਿਹੜੇ ਰਿਸ਼ੀ ਹੋਏ ਨੇ, ਜਿਨ੍ਹਾਂ ਨੇ ਉਪਨਿਸ਼ਦ ਲਿਖੇ ਨੇ, ਉਹਨਾਂ ਰਿਸ਼ੀਆਂ ਵਰਗਾ ਉਹਨਾਂ ਨੂੰ ਦਰਜਾ ਦੇ ਦਿੱਤਾ ਗਿਆ। ਬਹੁਤ ਵੱਡੀ ਗੱਲ ਸੀ ਸੰਗਤ ਜੀ, ਐਡਾ ਵੱਡਾ ਦਰਜਾ ਮਿਲ ਜਾਣਾ। ਨੋਬਲ ਪ੍ਰਾਈਜ਼ ਮਿਲਣਾ ਅਲੱਗ ਚੀਜ਼ ਆ, ਪਰ ਰਿਸ਼ੀਆਂ ਦੇ ਬਰਾਬਰ ਦਾ ਦਰਜਾ ਉਹਨਾਂ ਨੂੰ, ਇੰਨਾ ਉਹਨਾਂ ਦਾ ਸਤਿਕਾਰ ਹੋਣਾ। ਉਹਨਾਂ ਨੇ ਆਪ ਹੀ ਆਪਣਾ ਜ਼ਿਕਰ ਕੀਤਾ ਤੇ ਉਹ ਕਹਿੰਦੇ ਕਿ ਰੋਜ਼ ਆਪਣੇ ਘਰ ਤੋਂ ਵਾਕ ਤੇ ਜਾਇਆ ਕਰਦੇ ਸਨ, ਸੈਰ ਕਰਨ ਲਈ। ਸਵੇਰੇ ਸਵੇਰੇ ਆਪਣਾ ਜਾਣਾ, ਪਹਿਲਾਂ ਬੰਦਗੀ ਕਰ ਲੈਣੀ, ਫਿਰ ਸੈਰ ਦੇ ਲਈ ਨਿਕਲ ਜਾਣਾ। ਉਹ ਕਹਿੰਦੇ ਕਿ ਉਹਨਾਂ ਦਾ ਇੱਕ ਗੁਆਂਢੀ ਸੀ, ਉਹ ਰੋਜ਼ ਕੁਰਸੀ ਢਾ ਕੇ ਬੈਠਾ ਹੁੰਦਾ ਸੀ ਆਪਣੇ ਘਰ ਦੇ ਬਾਹਰ। ਜਦੋਂ ਕਹਿੰਦੇ ਮੈਂ ਸੈਰ ਦੇ ਲਈ ਨਿਕਲਣਾ, ਜਦੋਂ ਨੋਬਲ ਪ੍ਰਾਈਜ਼ ਮਿਲ ਗਿਆ, ਉਪਨਿਸ਼ਦਾਂ ਦੇ ਰਿਸ਼ੀਆਂ ਦਾ ਦਰਜਾ ਮਿਲਣ ਲੱਗ ਗਿਆ, ਜਦੋਂ ਮੈਂ ਕਹਿੰਦੇ ਨਿਕਲਣਾ, ਤੇ ਉਹਨੇ ਮਤਲਬ ਅੱਗੇ ਆ ਜਾਣਾ, ਰਵਿੰਦਰਨਾਥ ਜੀ ਦੇ ਅੱਗੇ ਆ ਕੇ ਅੱਖਾਂ 'ਚ ਅੱਖਾਂ ਪਾ ਕੇ ਕਹਿਣਾ, ਜਿਸ ਈਸ਼ਵਰ ਬਾਰੇ ਲਿਖਿਆ ਗੀਤਾਂਜਲੀ ਗ੍ਰੰਥ ਦੇ ਵਿੱਚ ਕਿ ਉਸ ਈਸ਼ਵਰ ਬਾਰੇ ਤੂੰ ਜਾਣਦਾ? ਕਹਿੰਦੇ ਮੈਂ ਚੁੱਪ। ਤੇ ਉਹਨੇ ਖਿਲਖਿਲਾ ਕੇ ਹੱਸਣਾ। ਇਵੇਂ ਕਹਿੰਦੇ ਰੋਜ਼ ਸਿਲਸਿਲਾ ਚੱਲਣਾ ਤੇ ਮੇਰਾ ਕਹਿੰਦੇ ਅੰਦਰਲਾ ਡਰਨ ਲੱਗ ਗਿਆ। ਉਹ ਕਿਹਦੇ ਤੋਂ ਡਰਨ ਲੱਗ ਗਿਆ? ਉਹ ਜਿਹੜੀ ਸੱਚੀ ਗੱਲ ਕਹਿ ਰਿਹਾ ਸੀ। ਤਾਂ ਉਹ ਕਹਿੰਦੇ ਕਿ ਮੈਂ ਨਾ ਰੋਜ਼ ਡਰ ਕੇ ਉੱਥੋਂ ਨਿਕਲਣਾ, ਪਰ ਉਹਨੇ ਵੀ ਹਟਣਾ ਨਹੀਂ। ਉਹਨੇ, ਉਹ ਬੁੱਢਾ ਸੀ, ਬਜ਼ੁਰਗ ਸੀ, ਉਹਨੇ ਇਹ ਗੱਲ ਕਹਿਣੀ, ਜਿਸ ਈਸ਼ਵਰ ਬਾਰੇ ਤੂੰ ਲਿਖਿਆ, ਕੀ ਤੂੰ ਉਸ ਈਸ਼ਵਰ ਬਾਰੇ ਜਾਣ ਲਿਆ? ਤੇ ਕਹਿੰਦੇ ਇੱਕ ਦਿਨ ਮੈਂ ਫਿਰ ਸਵੇਰੇ ਚੱਲਿਆ ਤੇ ਬਰਸਾਤ ਹੋ ਰਹੀ ਸੀ। ਅੱਜ ਕਿਉਂਕਿ ਬਾਰਿਸ਼ ਹੋ ਰਹੀ ਸੀ ਤਾਂ ਉਹ ਆਪਣੀ ਕੁਰਸੀ ਢਾ ਕੇ ਬਾਹਰ ਨਹੀਂ ਸੀ ਬੈਠਿਆ ਹੋਇਆ। ਕਹਿੰਦੇ ਮੈਂ ਇੰਨਾ ਖੁਸ਼, ਇੰਨਾ ਹਲਕਾ ਹੋ ਕੇ ਮੈਂ ਉੱਥੋਂ ਗਿਆ ਵੀ ਅੱਜ ਨਹੀਂ ਮੈਨੂੰ ਮਿਲਿਆ ਟੋਕਣ ਵਾਲਾ। ਤੇ ਪਰ ਕਹਿੰਦੇ ਅੰਦਰ ਮੇਰੇ ਉਹ ਚੱਲੀ ਗਿਆ ਥੋਟ ਵੀ ਜਿਸ ਈਸ਼ਵਰ ਬਾਰੇ ਤੂੰ ਲਿਖਿਆ ਕਿ ਉਸਨੂੰ ਜਾਣਿਆ? ਤਾਂ ਕਹਿੰਦੇ ਕਰਦਾ ਮੈਂ ਸਮੁੰਦਰ ਕਿਨਾਰੇ ਰੋਜ਼ ਜਾਂਦੇ ਸੀਗੇ, ਉੱਥੇ ਸੈਰ ਕਰਦੇ ਸੀਗੇ। ਜਦੋਂ ਸੂਰਜ ਚੜ੍ਹਦਾ ਸੀ ਫਿਰ ਉਸ ਤੋਂ ਬਾਅਦ ਵਾਪਸ ਘਰ ਨੂੰ ਆਉਂਦੇ ਸੀ। ਤਾਂ ਉਹ ਕਹਿੰਦੇ ਰੋਜ਼ ਦੀ ਤਰ੍ਹਾਂ ਅੱਜ ਵੀ ਸੂਰਜ ਚੜ੍ਹਿਆ। ਲੇਕਿਨ ਅੱਜ ਜਦੋਂ ਸੂਰਜ ਚੜ੍ਹਿਆ, ਉਹਦਾ ਜਦੋਂ ਪਰਛਾਵਾਂ ਜਿਹੜਾ ਸਮੁੰਦਰ ਦੇ ਵਿੱਚ ਪਿਆ, ਤਾਂ ਉਹ ਇੱਕ ਅਲੌਕਿਕ ਨਜ਼ਾਰਾ ਸੀ ਮੇਰੇ ਲਈ, ਉਹ ਕਹਿੰਦੇ। ਉਹ ਤੋਂ ਬਾਅਦ ਕਹਿੰਦੇ ਮੈਂ ਵਾਪਸ ਚੱਲ ਪਿਆ ਤੇ ਫਿਰ ਉਹ ਕਹਿੰਦੇ ਜਿਹੜਾ ਸੂਰਜ ਦਾ ਪਰਛਾਵਾਂ ਬਾਰਿਸ਼ ਹੋ ਕੇ ਹਟੀ ਸੀ, ਛੋਟੇ ਟਿੱਬਿਆਂ 'ਚ ਪੈ ਰਿਹਾ ਸੀ, ਵੱਡੇ ਟਿੱਬਿਆਂ 'ਚ ਪੈ ਰਿਹਾ ਸੀ, ਮੈਲੇ ਪਾਣੀ ਵਿੱਚ ਵੀ, ਏਦਾਂ ਹਰ ਜਗ੍ਹਾ ਉਹਦਾ ਪਰਛਾਵਾਂ ਜਿਹੜਾ ਪੈ ਰਿਹਾ ਸੀ ਸੂਰਜ। ਉੱਥੋਂ ਕਹਿੰਦੇ ਇੱਕਦਮ ਮੇਰੇ ਅੰਦਰ ਇੱਕ ਖੇਡ ਵਰਤੀ ਇਹੋ ਜਿਹੀ, ਜਿਹਦੇ ਨਾਲ ਕਿ ਮੈਨੂੰ ਉਹ ਈਸ਼ਵਰ ਦਾ, ਉਸ ਪਰਮਾਤਮਾ ਦਾ ਪਸਾਰਾ, ਜਿਵੇਂ ਸੂਰਜ ਦੀਆਂ ਕਿਰਨਾਂ ਹਰ ਜਗ੍ਹਾ ਪੈ ਰਹੀਆਂ ਸੀ, ਮੈਲੇ ਪਾਣੀ ਤੇ ਵੀ ਪੈ ਰਹੀਆਂ ਸੀ, ਸਾਫ਼ ਸਮੁੰਦਰ ਦੇ ਉੱਤੇ ਵੀ ਪੈ ਰਹੀਆਂ ਸੀ, ਹਰ ਜਗ੍ਹਾ ਪੈ ਰਹੀਆਂ ਸੀ। ਇਵੇਂ ਹੀ ਮੈਨੂੰ ਅੰਤਰਾਤਮੇ ਅਨੁਭਵ ਹੋ ਗਿਆ, ਉਹ ਪਰਮਾਤਮਾ ਜਿਹੜਾ ਆ ਉਹ ਕਣ-ਕਣ ਦੇ ਵਿੱਚ ਉਹਦਾ ਵੱਸ ਆਇਆ। ਚਾਹੇ ਕੋਈ ਮੈਲਾ ਵੀ ਸਾਨੂੰ ਲੱਗਦਾ ਹੈ ਚੋਰ ਹੈ, ਇਹ ਡਾਕੂ ਆ, ਲੇਕਿਨ ਸੂਰਜ ਅਗਰ ਮੈਲੇ ਪਾਣੀ ਤੇ ਪੈਂਦਾ ਤਾਂ ਉਹ ਪੈ ਹੀ ਰਿਹਾ ਆ। ਇਵੇਂ ਪਰਮਾਤਮਾ ਦੀਆਂ ਕਿਰਨਾਂ, ਪਰਮਾਤਮਾ ਦੀ ਸ਼ਕਤੀ, ਉਹਦੀ એનર્ਜੀ ਦਾ ਉਹਦਾ ਪਸਾਰਾ ਹਰ ਜਗ੍ਹਾ ਹੀ ਹੈ। ਉਹ ਕਹਿੰਦੇ ਉਸ ਅਨੁਭਵ ਨੇ ਇੱਕ ਮੇਰੇ ਅੰਦਰ ਇਹੋ ਜਿਹਾ ਆਨੰਦ ਲੈ ਕੇ ਆਂਦਾ, ਜਿਹਦੇ ਨਾਲ ਮੈਂ ਇੰਨਾ ਖਿਲ ਗਿਆ। ਤੇ ਅੱਜ ਜਦੋਂ ਮੈਂ ਵਾਪਸ ਆ ਰਿਹਾ ਸੀ, ਅੱਜ ਇੱਕ ਚਾਲ ਜਿਹੜੀ ਹੈ ਉਹ ਅਲੱਗ ਹੀ ਸੀ। ਮੇਬੀ ਉਹ ਏਦਾਂ ਦੀ ਚਾਲ ਹੋਏ, ਭਗਤਾਂ ਕੀ ਚਾਲ ਨਿਰਾਲੀ, ਚਾਲਨ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਅੱਜ ਉਸ ਚਾਲ ਦੇ ਉੱਤੇ ਚੱਲੇ ਆ ਰਹੇ ਸੀ। ਤਾਂ ਉਹ ਕਹਿੰਦੇ ਅੱਜ ਮੇਰੇ ਆਂਦਿਆਂ ਨੂੰ ਬੁੱਢਾ ਕੁਰਸੀ ਢਾ ਕੇ ਉਹ ਬੈਠਾ ਸੀਗਾ ਬਾਹਰ। ਅੱਗੇ ਤਾਂ ਕਹਿੰਦੇ ਮੈਂ ਨਜ਼ਰਾਂ ਚੁਰਾਉਂਦਾ ਸੀ, ਉਹ ਤਾਂ ਡਰਦਾ ਸੀ, ਪਰ ਨਹੀਂ, ਅੱਜ ਮੇਰੇ ਅੰਦਰ ਕੋਈ ਡਰ ਨਹੀਂ ਸੀ। ਅੱਜ ਮੈਂ ਆਪਣੀ ਇੱਕ ਮਸਤੀ ਦੇ ਵਿੱਚ ਚੱਲੇ ਆ ਰਿਹਾ ਸੀ। ਤਾਂ ਕਹਿੰਦੇ ਉਹ ਆਪਣੀ ਕੁਰਸੀ ਤੋਂ ਉੱਠਿਆ, ਉਹ ਮੇਰੇ ਕੋਲ ਆਇਆ, ਅੱਖਾਂ 'ਚ ਅੱਖਾਂ ਪਾਈਆਂ ਔਰ ਬੜੇ ਪ੍ਰੇਮ ਦੇ ਨਾਲ ਕਿਹਾ, ਅੱਜ ਲੱਗਦਾ ਆ ਜਿਸ ਈਸ਼ਵਰ ਬਾਰੇ ਤੂੰ ਲਿਖਿਆ, ਉਸ ਈਸ਼ਵਰ ਨੂੰ ਤੂੰ ਜਾਣ ਲਿਆ। ਤੇ ਕਹਿੰਦੇ ਘੁੱਟ ਕੇ ਮੈਨੂੰ ਆਪਣੇ ਗਲੇ ਦੇ ਨਾਲ ਲਾ ਲਿਆ। ਤੋ ਸੰਗਤ ਜੀ, ਇਵੇਂ ਅਸੀਂ ਆਪਾਂ ਚਰਚਾ ਕਰੀ ਜਾਂਦੇ ਹਾਂ, ਪੜ੍ਹਦੇ ਵੀ ਹਾਂ, ਸਾਨੂੰ ਅਨੁਭਵ ਨਹੀਂ ਹੋਇਆ ਹੁੰਦਾ। ਤੋ ਜ਼ਰੂਰੀ ਹੈ ਅਸੀਂ ਇਹ ਗੁਰੂ ਸਾਹਿਬ ਅੱਗੇ ਪਰਮਾਤਮਾ ਦੀ ਇਹ ਬੇਨਤੀਆਂ ਕਰੀਏ ਕਿ ਦਾਤਾ ਜੀ ਸਾਨੂੰ ਵੀ ਉਸ ਅਵਸਥਾ ਵਿੱਚ ਲੈ ਜਾਓ ਵੀ ਅਸੀਂ ਸਿਰਫ ਪੜ੍ਹਦੇ, ਸੁਣਦੇ, ਕਥਾ ਕਰਦੇ ਹੀ ਨਾ ਰਹਿ ਜਾਈਏ, ਤੇ ਸਾਨੂੰ ਵੀ ਇਹ ਅਨੁਭਵ ਹੋ ਜਾਵੇ, ਉਹ ਜਿਹੜਾ ਸਰਵ ਵਿਆਪਕ ਪਰਮਾਤਮਾ ਆ, ਜਿਹਨੂੰ ਮਹਾਰਾਜ ਜੀ ਬਾਣੀ ਵਿੱਚ ਤੁਸੀਂ ਜ਼ਿਕਰ ਕੀਤਾ ਇੱਕ ਓਂਕਾਰ ਦਾ, ਅਸੀਂ ਵੀ ਉਸ ਨੂੰ ਅਨੁਭਵ ਕਰ ਪਾਈਏ। ਤੋ ਇਸ ਤੋਂ ਅਗਲਾ ਖੰਡ ਜਿਹੜਾ ਆ ਜਾਂਦਾ ਸੰਗਤ ਜੀ, ਉਹ ਸਰਮ ਖੰਡ ਆ। ਸਰਮ ਖੰਡ ਵਿੱਚ ਮਹਾਰਾਜ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇਹ ਨਾਲ ਹੀ ਨਾਲ ਚੱਲੀ ਜਾ ਰਹੇ ਨੇ।
ਹੁਣ ਮਹਾਰਾਜ ਕਹਿੰਦੇ ਨੇ ਸਰਮ ਖੰਡ ਵਿੱਚ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਿਹੜਾ ਪਿਛਲਾ ਗਿਆਨ ਖੰਡ ਸੀ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰ ਦਿੱਤਾ ਵੀ ਕਿਹੋ ਜਿਹੇ ਉਹਨਾਂ ਦਾ ਪ੍ਰਚੰਡ ਗਿਆਨ ਹੋ ਜਾਂਦਾ, ਪ੍ਰਚੰਡ। ਤਿੱਥੇ ਨਾਦ ਵਿਨੋਦ ਕੋਡ ਆਨੰਦ, ਕਿੰਨਾ ਕੁ ਆਨੰਦ ਉਹਨਾਂ ਦੇ ਕੋਲ ਹੁੰਦਾ, ਉਹਨਾਂ ਦੀ ਅਵਸਥਾ ਵਾਲਿਆਂ ਨੂੰ, ਜਿਨ੍ਹਾਂ ਦਾ ਪ੍ਰਚੰਡ ਗਿਆਨ ਹੋ ਗਿਆ, ਤੇਜ ਗਿਆਨ ਹੋ ਗਿਆ ਅੰਦਰ, ਉਹਨਾਂ ਦੀ ਅਵਸਥਾ ਕਿਹੋ ਜਿਹਾ ਆਨੰਦ ਮਾਣਦੀ ਹੈ। ਤਿੱਥੇ ਨਾਦ ਵਿਨੋਦ ਕੋਡ ਆਨੰਦ। ਨਾਦ ਹੁੰਦਾ ਸੁਣਨਾ, ਵਿਨੋਦ ਹੁੰਦਾ ਦੇਖਣਾ। ਕਿੰਨੇ ਤਰ੍ਹਾਂ ਦੇ ਅਸੀਂ ਸੁਣ ਕੇ ਆਨੰਦ ਲੈਂਦੇ ਹਾਂ, ਕੋਈ ਗਾਣਿਆਂ ਤੋਂ ਲੈਂਦਾ, ਕੋਈ ਕਿਸੇ ਤਰ੍ਹਾਂ ਲੈਂਦਾ, ਕੋਈ ਕਿੰਨੇ ਇਹਨਾਂ ਵਿੱਚੋਂ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਕਰੋੜਾਂ ਤਰ੍ਹਾਂ ਦੇ ਨਾਦਾਂ ਦਾ ਉੱਥੇ ਆਨੰਦ ਆ। ਆਹ ਵਾਲੇ ਨਹੀਂ, ਉਹ ਇੱਕ ਅਲੱਗ ਅਵਸਥਾ। ਵਿਨੋਦ ਹੁੰਦਾ ਦੇਖਣ, ਕਿੰਨੇ ਤਮਾਸ਼ੇ, ਕਦੇ ਮੂਵੀਆਂ ਦੇਖ ਕੇ, ਕਦੇ ਕੁਛ ਦੇਖ ਕੇ ਅਸੀਂ ਆਨੰਦ ਲੈਂਦੇ ਆ ਨਾ। ਲੇਕਿਨ ਇਹ ਦੂਸਰਾ ਆਨੰਦ ਸ਼ੁਰੂ ਹੋ ਗਿਆ ਵੀ ਕਰੋੜਾਂ ਤਰ੍ਹਾਂ ਦੇ ਤਮਾਸ਼ੇ ਦੇਖ ਕੇ ਵੀ ਜਿਹੜਾ ਆਨੰਦ ਨਹੀਂ ਆ ਸਕਦਾ। ਇਹ ਉਹਨਾਂ ਆਨੰਦ, ਇਹ ਅੰਤਰਾਤਮੀ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਦਾ ਉਹ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਨੇ। ਹੁਣ ਅੱਗੇ ਮਹਾਰਾਜ ਸ਼ਰਮਖੰਡ ਦੀ ਬਾਣੀ ਦੀ ਗੱਲ ਕਰਦੇ। ਸ਼ਰਮਖੰਡ ਕੀ ਬਾਣੀ ਰੂਪ, ਇਹ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਇਹਨਾਂ ਦੀ ਬਣਤਰ, ਇਹਨਾਂ ਦੀ ਬਣਾਵਟ, ਹੁਣ ਇਹ ਅੰਦਰਲੀ ਅਵਸਥਾ ਦੀ ਉਹ ਬਣਾਵਟ ਦਾ ਜ਼ਿਕਰ ਕਰ ਰਹੇ ਨੇ ਗੁਰੂ ਮਹਾਰਾਜ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਇਸ ਅਵਸਥਾ ਵਾਲਿਆਂ ਦੀ ਅੰਦਰ ਦੀ ਘਾੜਤ ਕਿੱਦਾਂ ਦੀ ਘੜੀ ਗਈ। ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਅਨੂਪ ਹੁੰਦਾ ਜਿਹਦੀ ਕਿਸੇ ਨਾਲ ਉਪਮਾ ਹੀ ਨਾ ਕੀਤੀ ਜਾਵੇ। ਮਤਲਬ ਉਹਨਾਂ ਦੀ ਅਵਸਥਾ ਬਾਰੇ ਕਿਸੇ ਨਾਲ ਵੀ ਉਪਮਾ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਏਦਾਂ ਦੀ ਅਵਸਥਾ ਹੋ ਗਈ। ਇੱਥੇ ਇਹਨਾਂ ਦੀ ਘਾੜਤ ਘੜੀ ਗਈ ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਇਸ ਅਵਸਥਾ ਵਾਲਿਆਂ ਦੀਆਂ ਗੱਲਾਂ ਤੁਸੀਂ ਦੱਸ ਨਹੀਂ ਸਕਦੇ, ਕਥਨ ਤੋਂ ਬਾਹਰ ਨੇ। ਜੇ ਕੋਈ ਦੱਸੇ ਨਾ ਉਹ ਅਵਸਥਾ ਵਾਲੀ ਇਹੋ ਜਿਹੀ ਉਹਨਾਂ ਦੀ ਅਵਸਥਾ ਹੋ ਸਕਦੀ ਹੈ। ਮਾਰੇ ਕਹਿੰਦੇ ਜੇ ਕੋ ਕਹੇ ਪਿੱਛੇ ਪਛਤਾਏ, ਉਹਨਾਂ ਦੀ ਕਿਵੇਂ ਅਵਸਥਾ ਕੋਈ ਬਿਆਨ ਕਰ ਸਕਦਾ, ਪਛਤਾਵੇਗਾ ਵੀ, ਕਿਉਂਕਿ ਉਹਨਾਂ ਬਾਰੇ ਉਹ ਜਾਣ ਹੀ ਨਹੀਂ ਸਕਦਾ। ਇਹ ਕੀ ਇਹਨਾਂ ਦਾ ਘੜਿਆ ਗਿਆ ਜਿਹੜੀ ਐਡੀ ਉੱਚੀ ਅਵਸਥਾ ਵਿੱਚ ਇਹ ਪਹੁੰਚ ਗਏ ਕਿ ਇਹਨਾਂ ਦੇ ਬਾਰੇ ਕਥਨ ਵੀ ਨਹੀਂ ਕੀਤਾ ਜਾ ਸਕਦਾ। ਤਿੱਥੈ ਘੜਿਆ ਸੁਰਤ ਮਤ ਮਨ ਬੁੱਧ, ਤਿੱਥੈ ਘੜਿਆ ਸੁਰਾਂ ਸਿੱਧਾਂ ਕੀ ਸੁਧ। ਇੱਥੇ ਇਹਨਾਂ ਦੀ ਸੁਰਤੀ, ਮਤ, ਮਨ ਤੇ ਬੁੱਧ ਘੜੀ ਗਈ। ਮਤਲਬ ਅਸੀਂ ਵੀ ਆਪਣੀਆਂ ਸਾਰੀਆਂ ਘੜਨੀਆਂ ਨੇ। ਸੁਰਤੀ ਕੀ ਹੋ ਗਈ, ਜਿਹੜੀ ਸੁਰਤੀ ਸੀ ਅੱਗੇ ਤਾਂ ਸੁਰਤੀ ਖਿੰਡੀ ਪਈ ਸੀ ਸਾਡੀ। ਸੁਰਤੀ ਹੈ ਚੇਤਨਾ, ਕਹਿੰਦੇ ਨੇ ਉਹ ਬੇਸੁਰਤ ਹੋ ਗਿਆ, ਮਤਲਬ ਉਹ ਬੇਹੋਸ਼ ਹੋ ਗਿਆ। ਸੁਰਤੀ ਸਾਡੀ ਕੌਨਸ਼ੀਅਸਨੈਸ, ਇਹ ਸਾਡੀ ਖਿੰਡੀ ਪਈ ਆ, ਕਦੀ ਸਾਡੀ ਕਿਤੇ ਸੁਰਤੀ, ਕਦੀ ਕਿਤੇ। ਹੁਣ ਸੁਰਤੀ ਜਿਹੜੀ ਹੈ ਉਹ ਲਿਵਲੀਨ ਹੋਣ ਲੱਗ ਗਈ ਪਰਮਾਤਮਾ ਦੇ ਵਿੱਚ। ਸੁਰਤੀ ਸ਼ਬਦ ਵਿੱਚ ਲੀਨ ਹੋਣ ਲੱਗ ਗਈ, ਸੁਰਤੀ ਨਾਮ ਵਿੱਚ ਲੀਨ ਹੋਣ ਲੱਗ ਗਈ। ਅੰਤਰ ਸੁਰਤੀ ਜਿਹੜੀ ਹੈ ਸ਼ਬਦ ਵਿੱਚ ਲੀਨ ਹੋ ਗਈ। ਅੱਗੇ ਹੈਗਾ ਮਤ, ਇੱਕ ਹੁੰਦੀ ਕੁਮਤ, ਇੱਕ ਹੁੰਦੀ ਸਮਤ। ਹੁਣ ਕੁਮਤ ਛੁੱਟ ਗਈ ਤਾਂ ਮਤ ਹੁਣ ਕੀ ਹੋ ਗਈ ਸਾਡੀ, ਗੁਰਮਤ ਵਾਲੀ ਹੋ ਗਈ। ਇਸ ਅਵਸਥਾ ਵਾਲਿਆਂ ਦੀ ਜੀ ਜੋ ਗੁਰੂ ਨੇ ਮਤ ਦਿੱਤੀ ਹੈ ਉਹੋ ਜਿਹੀ ਮਤ ਹੋ ਗਈ। ਸੁਰਤ, ਮਤ, ਮਨ। ਮਨ ਵੀ ਜਿਹੜਾ ਆ ਅੱਗੇ ਮਨ ਬਾਹਰ ਖਿੰਡਿਆ ਫਿਰਦਾ ਸੀਗਾ, ਹੁਣ ਮਨ ਜਿਹੜਾ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰੀ ਦੇ ਨਾਲ ਰਹਿਣ ਲੱਗ ਗਿਆ। ਗੁਰੂ ਦੀ ਸ਼ਬਦ ਦੇ ਵਿਚਾਰ ਕਰ ਕਰਕੇ ਹੁਣ ਹਰ ਵੇਲੇ ਮਨ ਜਿਹੜਾ ਆ ਪਰਮਾਤਮਾ ਵਿੱਚ ਹੀ ਲੀਨ ਰਹਿਣ ਲੱਗ ਗਿਆ। ਅੱਗੇ ਆ ਗਿਆ ਬੁੱਧ। ਬੁੱਧ ਹੈਗੀ ਸਾਡੀ ਉਹ ਸ਼ਕਤੀ, ਇਹ ਸਾਰੇ ਹੈ ਮਨ ਦੇ ਹਿੱਸੇ ਨੇ। ਬੁੱਧ ਮਨ ਦਾ ਉਹ ਹਿੱਸਾ ਹੋ ਗਿਆ, ਆਤਮਾ ਦੇ ਕਹਿ ਲਈਏ ਅਸੀਂ ਚਾਹੇ, ਇਹ ਉਹ ਹਿੱਸਾ ਆ ਜਿਹੜਾ ਕਿ ਡਿਸੀਜ਼ਨ ਲੈਣ ਦੀ ਪਾਵਰ ਰੱਖਦਾ, ਸਾਡਾ ਇੰਟਲੈਕਟ। ਹੁਣ ਬੁੱਧੀ ਨੇ ਨਿਰਣਾ ਕਰ ਲਿਆ ਕਿ ਬਾਹਰ ਮੁਖੀ ਨਹੀਂ ਹੋਣਾ, ਅੰਤਰਮੁਖੀ ਹੋਣਾ। ਹੁਣ ਬੁੱਧੀ ਨੇ ਨਿਰਣਾ ਕਰ ਲਿਆ ਵਿਅਰਥ ਜੀਵਨ ਨਹੀਂ ਗਵਾਉਣਾ, ਔਰ ਆਪਣਾ ਇੱਕ ਇੱਕ ਸਵਾਸ ਜਿਹੜਾ ਉਹ ਸਫਲਾ ਕਰਨਾ, ਇੱਕ ਇੱਕ ਪਲ ਸਫਲਾ ਕਰਨਾ। ਐਡੀ ਜ਼ਿਆਦਾ ਬੁੱਧ ਜਿਹੜੀ ਹੈ ਵਿਵੇਕ ਬੁੱਧੀ ਜਾਗਰਤ ਹੋ ਗਈ। ਗੁਰੂ ਦੇ ਆਸ਼ਾ ਅਨੁਸਾਰ ਜਿਹੜੀ ਹੈ ਇਹ ਘੜੇ ਗਏ ਸੁਰਤ, ਮਤ, ਮਨ ਤੇ ਬੁੱਧ। ਸੰਗਤ ਜੀ ਇਹ ਕਿੰਨੀ ਉੱਚੀਆਂ ਉੱਚੀਆਂ ਅਵਸਥਾਵਾਂ ਆ। ਤਿੱਥੇ ਘੜੀਏ ਸੁਰਾਂ ਸਿੱਧਾ ਕੀ ਸੁਧ। ਇਹਨਾਂ ਦੀ ਅਵਸਥਾ ਕੀ ਹੋ ਗਈ, ਸਿੱਧ। ਸਿੱਧ ਹੁੰਦਾ ਜਿਹੜੇ ਸਫਲੀ ਹੋ ਗਏ, ਜਿਨ੍ਹਾਂ ਨੇ ਆਪਣੀ ਘਾਲਣਾ ਕਰਕੇ ਸਫਲੀ ਕਰ ਲਈ, ਇਸ ਅਵਸਥਾ ਵਿੱਚ ਪਹੁੰਚ ਗਏ। ਇਹਨਾਂ ਦੀ ਅਵਸਥਾ ਸੰਗਤ ਜੀ ਇੰਨੀ ਉੱਚੀ ਹੈ ਕਿ ਇੱਥੇ ਕਿਹਾ ਵੀ ਇਹਨਾਂ ਦਾ ਰੂਪ, ਇਹਨਾਂ ਦੀ ਬਣਾਵਟ, ਇਹਨਾਂ ਦਾ ਅੰਦਰਲਾ ਇਹ ਜ਼ਿਕਰ ਨਹੀਂ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਕਿਹੋ ਜਿਹੀ ਅਵਸਥਾ ਹੋਵੇਗੀ,
ਕਿ ਮਨ ਨਹੀਂ ਕਰਦਾ ਵੀ ਸਾਡੀ ਵੀ ਕਿਤੇ ਉਹੋ ਜਿਹੀ ਅਵਸਥਾ ਹੋ ਜਾਵੇ। ਇਹਦੇ ਲਈ ਫਿਰ ਜੋ ਪਿੱਛੇ ਦੱਸਿਆ ਗਿਆ ਉਹ ਸਾਰਾ ਕਰਨਾ ਪੈਣਾ। ਇਹਦੇ ਲਈ ਸਾਨੂੰ ਵੀ ਆਪਣੀ ਸੁਰਤ, ਮਤ, ਮਨ, ਬੁੱਧ ਘੜਨੀ ਪੈਣੀ ਹੈ। ਸਾਡੀ ਸੁਰਤੀ ਕਿੱਥੇ ਖਿੰਡੀ ਰਹਿੰਦੀ ਹੈ। ਇਹ ਸੁਰਤੀ ਸਾਨੂੰ ਕਿੱਥੇ ਲਾਣੀ ਪੈਣੀ ਹੈ ਸੰਗਤ ਜੀ। ਹੈ ਪਰਮਾਤਮਾ ਦੇ ਸ਼ਬਦ ਵਿੱਚ, ਗੁਰੂ ਦੇ ਦੱਸੇ ਬਚਨਾਂ ਦੇ ਵਿੱਚ, ਨਾਮ ਦੇ ਵਿੱਚ ਇੱਥੇ ਸੁਰਤੀ ਲਾਈਏ। ਮੱਤ ਸਾਡੀ ਗੁਰਮਤ ਵਾਲੀ ਹੋ ਜਾਵੇ, ਮਨ ਸਾਡਾ ਇਕਾਗਰ ਚਿੱਤ ਹੋ ਕੇ ਬੰਦਗੀ ਕਰੇ, ਤੇ ਬੁੱਧ ਸਾਡੀ ਡਿਸੀਜ਼ਨ ਲੈ ਲਵੇ ਹੁਣ ਇਸ ਮਾਰਗ ਦੇ, ਸੱਚ ਦੇ ਮਾਰਗ ਤੇ ਚੱਲਣਾ, ਗਲਤ ਮਾਰਗ ਤੇ ਅਸੀਂ ਨਹੀਂ ਚੱਲਣਾ। ਸਰਮਖੰਡ ਦੇ ਵਿੱਚ ਇਹ ਉਹ ਅਵਸਥਾ ਆ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ। ਇਹ ਪੰਜਾਂ ਵਿਕਾਰਾਂ ਨੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮੱਤ ਲੈ ਕੇ ਇਹ ਮਾਰ ਲਿਆ ਗਿਆ। ਜਿਨ ਪੰਜ ਮਾਰ ਬਿਦਾਰ ਉਦਾਰੇ ਸੋ ਪੂਰਾ ਇੱਕ ਲੀਰੇ। ਇਹ ਉਹ ਅਵਸਥਾ ਹੈ ਜਿੱਥੇ ਆਪਣੇ ਵਿਕਾਰਾਂ ਦੇ ਨਾਲ ਇਹ ਲੜਾਈ ਕੀਤੀ ਰੱਜ ਕੇ। ਕਿੰਨੀ ਵਾਰ ਕਾਮ ਵਾਸਨਾ ਆਈ ਘੇਰਨ ਦੇ ਲਈ, ਲੇਕਿਨ ਨਹੀਂ, ਕਿਉਂਕਿ ਹੁਣ ਗੁਰਮਤ ਸੀ, ਵਿਵੇਕ ਬੁੱਧ ਸੀਗੀ, ਬੁੱਧੀ ਜਿਹੜੀ ਸੀ ਉਹ ਠੀਕ ਨਿਰਣਾ ਲੈ ਰਹੀ ਸੀ। ਇੱਧਰੋਂ ਛੱਡ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਕਿੰਨੀ ਵਾਰ ਕ੍ਰੋਧ ਆਉਂਦਾ ਰਿਹਾ ਹੈ, ਤੇ ਫਿਰ ਕ੍ਰੋਧ ਨੂੰ ਇਹਦੇ ਉੱਤੇ ਵੀ ਫਤਿਹ ਪਾਣੀ ਸ਼ੁਰੂ ਕੀਤੀ ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਕਿਰਪਾ ਲੈ ਕੇ। ਕਾਮ, ਕ੍ਰੋਧ, ਲੋਭ, ਹੁਣ ਲੋਭ ਛੱਡ ਦਿੱਤਾ। ਹੁਣ ਆਪਣੀ ਮਿਹਨਤ ਕਰਕੇ ਜੋ ਕਮਾਇਆ ਉਹਨੂੰ ਹੀ ਵਰਤਿਆ। ਹੁਣ ਲੋਭ ਕਾਰਨ ਕੋਈ ਗਲਤ ਕੰਮ, ਕੋਈ ਕਰਮਾਂ ਦਾ ਗਲਤ ਬੀਜ ਨਹੀਂ ਬੀਜਿਆ, ਕਿਉਂਕਿ ਇਹ ਧਰਮਖੰਡ ਨਾਲ ਹੀ ਚੱਲੂਗਾ, ਕਰਮ ਨਾਲ ਹੀ ਸਾਡੇ ਚੱਲਣੇ। ਮੋਹ, ਹੁਣ ਪਤਾ ਹੈ ਨਾਸ਼ਵਾਨ ਸੰਸਾਰ ਆ। ਇਹ ਇੱਥੇ ਤਾਂ ਕ੍ਰਿਸ਼ਨ ਜੀ ਕਿੰਨੇ ਆਏ ਤੇ ਚਲੇ ਗਏ, ਸ਼ਿਵ ਜੀ ਕਿੰਨੇ ਆਏ ਤੇ ਚਲੇ ਗਏ, ਕਿੰਨੇ ਬਰਮੇ ਆਏ ਤੇ ਚਲੇ ਗਏ, ਤੇ ਅਸੀਂ ਵੀ ਚਲੇ ਜਾਣਾ। ਕਿਹਦੇ ਨਾਲ ਅਸੀਂ ਮੋਹ ਲਾਈਏ? ਤੇ ਇਹ ਗੁਰਬਾਣੀ ਨੇ ਫਿਰ ਸਮਝ ਦੇਈ ਜਾਣੀ ਹੈ। ਕਿੰਨਾ ਸਾਡਾ ਹੰਕਾਰ ਮੈਂ ਕਰਦੇ ਫਿਰਦੇ ਆ। ਜਦੋਂ ਗਿਆਨ ਖੰਡ ਵਿੱਚ ਇੰਨਾ ਪਰਮਾਤਮਾ ਦਾ ਪਸਾਰਾ ਦੇਖ ਲਿਆ, ਪਤਾ ਚੱਲ ਗਿਆ ਅਸੀਂ ਤਾਂ ਇੱਕ ਨਿੱਕਾ ਜਿਹਾ ਕਣਕਾ ਉਹਦੇ ਐਡੇ ਵੱਡੇ ਪਸਾਰੇ ਦਾ। ਤੋ ਇਹ ਨਾਲੋਂ ਨਾਲ ਇਹ ਸਾਰਾ ਚੱਲਣਾ ਸਿਸਟਮ ਸੰਗਤ। ਇੱਥੇ ਸਾਡੀ ਜੀਵ ਆਤਮਾ ਦੀ ਇਹੋ ਜਿਹੀ ਫਿਰ ਘਾੜਤ ਘੜੀ ਜਾਂਦੀ ਆ, ਉਹਦੇ ਬਾਰੇ ਕੋਈ ਬਿਆਨ ਹੀ ਨਹੀਂ ਕਰ ਜਾ ਸਕਦਾ। ਇਹ ਅਗਲੀ ਅਵਸਥਾ ਜਿਹੜੀ ਹੈਗੀ ਹੈ ਉਹ ਹੈਗੀ ਆ ਕਰਮਖੰਡ। ਕਰਮਖੰਡ ਹੈਗਾ ਬਖਸ਼ਿਸ਼ ਦਾ ਖੰਡ। ਗੁਰੂ ਮਹਾਰਾਜ ਜੀ ਦੇਖ ਰਹੇ ਨੇ ਇਹ ਜਿਹੜਾ ਜੀਵ ਆਤਮਾ ਹੈ, ਮੇਰਾ ਬੱਚਾ, ਇਹ ਧਰਮ ਕਮਾ ਰਿਹਾ, ਨਾਮ ਵੀ ਜਪ ਰਿਹਾ, ਸੋਚ ਵੀ ਚੰਗਾ ਰਿਹਾ, ਬੋਲ ਵੀ ਸ਼ੁਭ ਬਚਨ ਰਿਹਾ, ਕਰਮ ਵੀ ਨੇਕ ਕਰ ਰਿਹਾ, ਨਾਮ ਨਾਲ ਵੀ ਜੁੜਿਆ ਹੋਇਆ, ਚੱਲ ਰਿਹਾ ਇਹਦੀ ਯਾਤਰਾ। ਲੇਕਿਨ ਇਹ ਜਿਹੜੇ ਵਿਕਾਰ ਨੇ ਇਹ ਫਿਰ ਵੀ ਪਿੱਛਾ ਨਹੀਂ ਛੱਡਦੇ। ਤੁਹਾਨੂੰ ਪਤਾ ਹੀ ਹੈ ਨਾ ਸੰਗਤ ਜੀ, ਕਿੰਨੀ ਵਾਰ ਕ੍ਰੋਧ ਆਉਂਦਾ, ਕਿੰਨੀ ਵਾਰ ਮੋਹ ਵਿੱਚ ਅਸੀਂ ਫਸੇ ਹੁੰਦੇ ਆ, ਕਿੰਨੀ ਸਾਡੀ ਮੈਂ, ਇਹ ਵਿਕਾਰ ਪਿੱਛਾ ਨਹੀਂ ਛੱਡਦੇ। ਇਹ ਆਪਣਾ ਗਿਆਨ ਵੀ ਲੈ ਕੇ ਚੱਲੀ ਜਾ ਰਿਹਾ, ਗੁਰੂ ਦਾ ਗਿਆਨ ਲੈ ਕੇ ਉਸ ਮਾਰਗ ਦੇ ਵਿੱਚ ਚੱਲ ਰਿਹਾ, ਸਰਮਖੰਡ ਵਿੱਚ ਵੀ ਪਹੁੰਚ ਗਿਆ, ਆਪਣੇ ਵਿਕਾਰਾਂ ਦੇ ਨਾਲ ਲੜ ਰਿਹਾ ਪੂਰੀ ਤਰ੍ਹਾਂ। ਇਹ ਚੱਲ ਰਿਹਾ, ਹੁਣ ਗੁਰੂ ਮਹਾਰਾਜ ਦੇਖ ਰਹੇ, ਫਿਰ ਵੀ ਕਿਤੇ ਨਾ ਕਿਤੇ ਇਹ ਵਿਕਾਰ ਆ ਕੇ ਘੇਰ ਲੈਂਦੇ ਨੇ। ਇਹ ਮਾਇਆ ਜਿਹੜੀ ਆਪਣਾ ਅਟੈਕ ਕਰ ਲੈਂਦੀ, ਚਾਹੇ ਚੱਲ ਰਿਹਾ ਜੁਗਿਆਸੂ। ਗੁਰੂ ਮਹਾਰਾਜ ਦੇਖ ਰਹੇ ਨੇ ਵੀ ਇਹਦੇ ਉਦਮ 'ਚ ਕੋਈ ਕਮੀ ਨਹੀਂ, ਇਹ ਲੱਗਿਆ ਹੋਇਆ ਜੀਵ, ਲੇਕਿਨ ਫਿਰ ਵੀ ਪਰਮਾਤਮਾ ਦੀ ਛੱਡੀ ਹੋਈ ਮਾਇਆ ਆ। ਜਦੋਂ ਸਿੱਖ ਉਦਮ ਕਰਦਾ ਨਾ, ਇਹ ਸਾਰੀ ਘਾਲਣਾ ਘਾਲ ਰਿਹਾ ਆ, ਫਿਰ ਗੁਰੂ ਮਹਾਰਾਜ ਜੀ ਮਿਹਰਾਂ ਦੇ ਘਰ ਵਿੱਚ ਆਉਂਦੇ ਨੇ, ਇੱਥੇ ਆ ਕੇ ਬਖਸ਼ਿਸ਼ ਕਰਦੇ ਨੇ। ਹੁਣ ਨਹੀਂ ਵਿਕਾਰ ਜਿਹੜੇ ਪਿੱਛਾ ਕਰ ਸਕਦੇ। ਜਦੋਂ ਗੁਰੂ ਮਿਹਰਾਂ ਦੇ ਘਰ ਵਿੱਚ ਆ ਗਿਆ, ਜਦੋਂ ਗੁਰੂ ਬਖਸ਼ਿਸ਼ ਦੇ ਖੰਡ ਵਿੱਚ ਆ ਗਿਆ, ਗੁਰੂ ਨੇ ਹੁਣ ਬਖਸ਼ਿਸ਼ ਕਰ ਦਿੱਤੀ। ਹੁਣ ਗੁਰੂ ਨੇ ਕੀ ਕਰ ਦਿੱਤਾ? ਇਹ ਸਾਰੀ ਮਾਇਆ ਤੋਂ ਇਹਨੂੰ ਪਾਰ ਕਰ ਦਿੱਤਾ ਇਸ ਜੀਵ। ਇਹੋ ਜਿਹੀ ਗੁਰੂ ਨੇ ਮੇਰਾ ਭਰੀ ਦ੍ਰਿਸ਼ਟੀ ਪਾਈ, ਆਪਣੀ ਬਖਸ਼ਿਸ਼ ਕਰ ਦਿੱਤੀ। ਹੁਣ ਕੋਈ ਵਿਕਾਰ ਨੇੜੇ ਨਹੀਂ, ਹੁਣ ਇਕਾਗਰ ਚਿੱਤ ਹੈ, ਹੁਣ ਆਪਣਾ ਕਰਮ ਵੀ ਕਰ ਰਿਹਾ, ਗਿਆਨ ਖੰਡ ਦੇ ਵਿੱਚ ਵਿਚਰ ਰਿਹਾ, ਔਰ ਆਪਣਾ ਪੂਰਾ ਲੱਗਿਆ ਹੋਇਆ। ਤੇ ਗੁਰੂ ਨੇ ਇਹੋ ਜਿਹੀ ਆਪਣੀ ਬਖਸ਼ਿਸ਼ ਕੀਤੀ, ਇੰਨੀ ਬਖਸ਼ਿਸ਼ ਕੀਤੀ ਕਿ ਜਿੱਥੇ ਕਰਮ ਖੰਡ ਆ ਸੰਗਤ ਜੀ, ਉੱਥੇ ਹੀ ਸੱਚ ਖੰਡ ਆ, ਕਿਉਂਕਿ ਇਕੱਠਾ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਏ, ਨਾਉ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ, ਤਿੱਥੇ ਭਗਤ ਵਸੇ ਕੇ ਲੋਕ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਤਨ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤੇ ਬੈ ਤਿਵਕਾਰ, ਵੇਖੇ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। तो संगत जी, इस अवस्था का बयान करना महाराज जी कहते बहुत मुश्किल है।
ਇਹ ਜਿਹੜੀ ਸੱਚਖੰਡ ਵਾਲੀ ਅਵਸਥਾ ਨਾ, ਜਿੱਥੇ ਸੱਚ ਵਿੱਚ ਹੀ ਅਭੇਦ ਹੋ ਗਿਆ। ਪਹਿਲਾਂ ਤਾਂ ਕਰਮਖੰਡ ਦਾ ਦੇਖੇ ਮਹਾਰਾਜ ਕਹਿੰਦੇ ਇਹ ਜਿਹੜੀ ਅਵਸਥਾ ਵਾਲੇ ਇਹਨਾਂ ਦੀ ਬਾਣੀ ਵਿੱਚ ਇੰਨਾ ਬਲ ਆ ਜਾਂਦਾ ਹੈ, ਇੱਥੇ ਹੋਰ ਨਾ ਕੋਈ ਹੋਰ ਨਹੀਂ, ਇੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ, ਕਿਉਂਕਿ ਇੱਕ ਪਰਮਾਤਮਾ ਦੇ ਵਿੱਚ ਲਿਵਲੀਨ ਅਵਸਥਾ ਵਾਲੀ ਇਹ ਰੂਹਾਂ ਹੋ ਜਾਂਦੀਆਂ। ਇੱਥੇ ਜੋਧ ਮਹਾਬਲ ਸੂਰ ਤੈਨ ਮੈਂ ਰਾਮ ਰਿਹਾ ਪ੍ਰਭੂ। ਇਹ ਜੋਧੇ ਨੇ, ਇਹ ਮਹਾਬਲੀ ਨੇ, ਇਹ ਸੂਰਮੇ ਨੇ, ਇਹਨਾਂ ਵਿੱਚ ਰਾਮ ਭਰਪੂਰ ਅਵਸਥਾ ਵਿੱਚ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨ ਜਾਏ। ਇਹ ਤਾਂ ਸੀਤੇ ਪਰੋਏ ਹੋਏ ਨੇ, ਜਿਵੇਂ ਸੀਤਾ ਹੁੰਦੀ ਨਾ ਕੋਈ ਚੀਜ਼ ਜੁੜੀ ਹੁੰਦੀ, ਇਹ ਇੱਕਦਮ ਪਰਮਾਤਮਾ ਦੀ ਮਹਿਮਾ ਵਿੱਚ, ਉਹਦੇ ਗੁਣਾਂ ਵਿੱਚ ਇਵੇਂ ਇਹ ਭਰਪੂਰ ਹੋਏ ਪਏ ਨੇ। ਇਹਨਾਂ ਦਾ ਰੂਪ, ਇਹਨਾਂ ਦੀ ਬਨਾਵਟ, ਇਹਨਾਂ ਦੀ ਬਣਤਰ, ਇਹਨਾਂ ਦੀ ਅਵਸਥਾ ਕੋਈ ਬਿਆਨ ਹੀ ਨਹੀਂ ਕਰ ਜਾ ਸਕਦਾ। ਨਾ ਇਹ ਫਿਰ ਮਰਦੇ ਆ, ਨਾ ਇਹਨਾਂ ਨੂੰ ਕੋਈ ਠੱਗ ਸਕਦਾ। ਸਰੀਰ ਇਹਨਾਂ ਦੇ ਵੀ ਖਤਮ ਹੋਣੇ ਨੇ, ਇਹ ਆਤਮਿਕ ਮੌਤੇ ਫਿਰ ਨਹੀਂ ਮਰਦੇ, ਔਰ ਇਹਨਾਂ ਨੂੰ ਕੋਈ ਮਾਇਆ, ਕੋਈ ਵਿਕਾਰ ਠੱਗ ਨਹੀਂ ਸਕਦੇ। ਇਹ ਜਦੋਂ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਹੁਣ ਰਾਮ ਇਹਨਾਂ ਦੇ ਮਨ ਵਿੱਚ ਹੀ ਵਸ ਗਿਆ। ਔਰ ਇਹ ਜਿਹੜਾ ਅਵਸਥਾ, ਇਹ ਜਿਹੜੀ ਮੰਡਲ ਆ, ਇੱਥੇ ਕਈ ਲੋਆਂ ਦੇ ਭਗਤ ਵਸਦੇ ਨੇ। ਆਪਾਂ ਸਿਰਫ ਇਹ ਨਾ ਸੋਚੀਏ ਵੀ ਸਿੱਖ ਹੀ ਭਗਤ ਆ ਜਾਂ ਹਿੰਦੂ, ਇਹ ਨਾ ਸੋਚ ਲੈਣ ਵੀ ਸਾਡੀ ਹੋਈ ਅਵਸਥਾ ਨਹੀਂ। ਗੁਰੂ ਮਹਾਰਾਜ ਲਈ ਤਾਂ ਸਾਰੇ ਹੀ ਪਰਮਾਤਮਾ ਲਈ ਸਾਰੇ ਹੀ ਉਹਦੇ ਨੇ। ਇੱਥੇ ਸਾਰੇ ਭਗਤ, ਉਹ ਭਗਤ ਜਿਹੜੇ ਇਸ ਅਵਸਥਾ ਵਿੱਚ ਪਹੁੰਚ ਚੁੱਕੇ ਨੇ, ਸਾਰੇ ਲੋਆਂ ਦੇ ਭਗਤ ਇਸ ਅਵਸਥਾ ਵਿੱਚ ਵਸਦੇ ਨੇ। ਇਹ ਹੁਣ ਜਿਹੜਾ ਗਿਆਨ ਖੰਡ ਵਿੱਚ ਪਹੁੰਚ ਗਏ, ਜਿਹੜੇ ਸਰਮ ਖੰਡ ਵਿੱਚ ਪਹੁੰਚ ਗਏ, ਜਿਨ੍ਹਾਂ ਦੇ ਬਖਸ਼ਿਸ਼ ਉੱਤੇ ਹੋ ਗਈ, ਉਹ ਉਹਨਾਂ ਭਗਤ ਜਨਾਂ ਦੇ ਦਰਸ਼ਨ ਕਰ ਸਕਦੇ ਨੇ ਆਪਣੀ ਅੰਤਰ ਆਤਮਾ ਦੇ ਨਾਲ। ਇਹ ਉਹ ਅਵਸਥਾ ਦੇ ਮਾਲਕ ਨੇ। ਕਰੇ ਆਨੰਦ ਸੱਚਾ ਮਨ ਸੋਈ। ਸੱਚਾ ਉਹਨਾਂ ਦੇ ਮਨ ਵਿੱਚ ਵਸਿਆ, ਹਮੇਸ਼ਾ ਹੀ ਆਨੰਦ ਕਰਦੇ ਨੇ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵਿਖੇ ਨਦਰ ਨਿਹਾਲ। ਇਹ ਹੁਣ ਗੁਰੂ ਮਹਾਰਾਜ ਨੇ ਇਹਨਾਂ ਨੂੰ ਅਭੇਦ ਕਰ ਦਿੱਤਾ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਸੱਚ ਦੇ ਨਾਲ ਮਿਲਾ ਦਿੱਤਾ। ਗੁਰ ਪ੍ਰਸਾਦ ਇੱਥੇ ਆ ਕੇ ਵਰਸ ਗਿਆ, ਕਰਮਖੰਡ ਵਿੱਚ ਗੁਰ ਪ੍ਰਸਾਦ ਵਰਸ ਗਿਆ, ਪਰਮਾਤਮਾ ਵਿੱਚ ਅਭੇਦ ਕਰ ਦਿੱਤਾ। ਹੁਣ ਤੋਹੀ ਮੋਹੀ ਅੰਤਰ ਕੈਸਾ, ਅੰਤਰ ਕੈਸਾ। ਆਪ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣ। ਰਾਮ ਤੇ ਕਬੀਰ ਇੱਕੋ ਹੀ ਹੋ ਗਏ, ਆਤਮਾ ਤੇ ਪਰਮਾਤਮਾ ਅਭੇਦ ਹੋ ਗਏ। ਹੁਣ ਕੋਈ ਨਹੀਂ ਪਛਾਣ ਸਕਦਾ ਵੀ ਰੱਬ ਕੌਣ ਤੇ ਇਹ ਕੌਣ। ਉਹ ਅਵਸਥਾ ਜਿੱਥੇ ਕਹਿੰਦੇ ਇਹ ਤਾਂ ਭਾਈ ਰੱਬ ਹੀ ਹੈ। ਅਸੀਂ ਤਾਂ ਵੈਸੇ ਥੋੜੇ ਗੁਣ ਦੇਖ ਕੇ ਕਹਿ ਦਿੰਦੇ ਹਾਂ, ਲੇਕਿਨ ਇਹ ਉਹ ਅਵਸਥਾ ਜਿਹੜੀ ਇੱਥੇ ਇਹ ਵਿਅਕਤੀ, ਇਹ ਜੀਵ ਆਤਮਾ ਜਿਹੜੀ ਇੱਥੇ ਪਹੁੰਚ ਗਈ। ਔਰ ਸੰਗਤ ਜੀ, ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ, ਥੋੜਾ ਜਿਹਾ ਵੀ ਕੁਛ ਆਪਣੀ ਚੱਲੇ ਖੇਡ ਤਾਂ ਛੇਤੀ ਸਾਨੂੰ ਹੰਕਾਰ ਹੋ ਜਾਂਦਾ। ਇਹ ਹੰਕਾਰ ਸਾਨੂੰ ਫਸਾ ਕੇ ਬਹਿ ਜਾਂਦਾ। ਭਰਮ ਭੁਲੇਖਿਆਂ ਵਿੱਚ ਹੀ ਸਾਨੂੰ ਬਾਣੀ ਪੜ੍ਹੀ, ਜੋ ਕੋਈ ਅਰਦਾਸ ਕੀਤੀ ਸਾਡੇ ਵੱਲੋਂ ਪੂਰੀ ਹੋ ਗਈ, ਅਸੀਂ ਸੋਚਦੇ ਵੀ ਪਤਾ ਨਹੀਂ ਅਸੀਂ ਕਿੱਥੇ ਪਹੁੰਚ ਗਏ। ਜਦੋਂ ਹੁਣ ਪਰਮਾਤਮਾ ਦਾ ਐਡਾ ਅਸੀਂ ਪਸਾਰਾ ਦੇਖਿਆ, ਇਹ ਭਗਤਾਂ ਦੀਆਂ ਐਡੀਆਂ ਅਵਸਥਾ ਦੇਖੀਆਂ, ਇਹ ਭਗਤ ਕੌਣ ਹੋ ਸਕਦੇ ਨੇ? ਇੱਕ ਖੇਤੀ ਕਰਨ ਵਾਲਾ ਵੀ ਭਗਤ ਬਾਣੀ ਵਿੱਚ ਲਏ ਨੇ। ਇਸ ਗੁਰੂ ਮਹਾਰਾਜ ਨੇ ਸਪੈਸ਼ਲ ਉਹਨਾਂ ਭਗਤਾਂ ਦੀ ਬਾਣੀ ਦਰਜ ਕੀਤੀ ਵੀ ਜਿਹਨਾਂ ਨੂੰ ਆਪਾਂ ਕਹਿੰਦੇ ਧੰਨਾ ਜੱਟ। ਖੇਤੀ ਕਰਨ ਵਾਲਾ ਵੀ ਭਗਤ ਹੋ ਸਕਦਾ, ਇੱਕ ਜੁੱਤੀਆਂ ਗੰਢਣ ਵਾਲਾ ਵੀ ਉਸ ਅਵਸਥਾ 'ਚ ਪਹੁੰਚ ਸਕਦਾ, ਜਿਹੜੇ ਆਨੰਦ ਦੀ ਅਵਸਥਾ ਵਿੱਚ ਆ। ਇਹ ਇੱਕ ਪ੍ਰਿੰਟਿੰਗ ਕਰਨ ਵਾਲਾ ਵੀ, ਜੁਲਾਹੇ ਕੱਪੜਾ ਬੁਣਨ ਵਾਲਾ ਵੀ ਭਗਤ ਹੋ ਸਕਦਾ। ਇੱਕ ਨਾਈ ਜਿਹੜਾ ਬੁੱਤੀਆਂ ਕਰਦੇ ਨੇ, ਲੋਕਾਂ ਦੀ ਮਾਲਿਸ਼ ਕਰਦੇ ਨੇ, ਲੋਕਾਂ ਦੇ ਘਰ ਸੁਨੇਹੇ ਲੈ ਲੈ ਕੇ ਜਾਂਦੇ ਨੇ, ਉਹ ਵੀ ਭਗਤ ਹੋ ਸਕਦੇ ਨੇ। ਇਹ ਕੋਈ ਖੇਡ ਨਹੀਂ ਹੈ ਵੀ ਅਸੀਂ ਆਪਣਾ ਕਿਸੇ ਚੀਜ਼ ਦਾ ਮਾਣ ਕਰ ਲਈਏ, ਕਿਸੇ ਜਾਤੀ ਦਾ, ਕਿਸੇ ਰੰਗ ਦਾ, ਕਿਸੇ ਆਪਣੇ ਉੱਚੇ ਖਾਨਦਾਨ 'ਚ ਪੈਦਾ ਹੋਏ ਉਹਦਾ ਨਹੀਂ। ਇਹ ਤਾਂ ਸਾਰੀ ਅੰਦਰਲੀ ਖੇਡ, ਅੰਦਰਲੀ ਅਵਸਥਾ ਆ। ਨਮਸਕਾਰ ਆ ਉਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਧਰਮ ਖੰਡ ਕਮਾਇਆ, ਉਹਨਾਂ ਰੂਹਾਂ ਨੂੰ ਜਿਹੜੇ ਗਿਆਨ ਖੰਡ ਦੀ ਅਵਸਥਾ ਵਿੱਚ ਪਹੁੰਚੇ, ਉਹਨਾਂ ਰੂਹਾਂ ਨੂੰ ਜਿਹੜੇ ਸ਼ਰਮ ਖੰਡ, ਜਿਹੜੇ ਏਦਾਂ ਜਿਨ੍ਹਾਂ ਨੇ ਮਸ਼ੱਕਤ ਘਾਲਣਾ ਕੀਤੀ, ਯੋਧਿਆਂ ਮਹਾਬਲੀਆਂ ਸੂਰਮਾਂ ਦੀ ਤਰ੍ਹਾਂ। ਕਿਉਂਕਿ ਯੋਧਾ ਕੌਣ ਆ? ਜਿਹੜਾ ਇੱਕ ਸਰੀਰ ਦੇ ਨਾਲ ਲੜੇ। ਇੱਕ ਸਰੀਰ ਨਾਲ, ਜਦੋਂ ਇੱਕ ਸਰੀਰ ਇੱਕ ਨਾਲ ਲੜਦਾ ਉਹਨੂੰ ਯੋਧਾ ਕਹਿੰਦੇ ਆ, ਜਿਹੜਾ ਇੱਕ ਦੇ ਨਾਲ ਲੜਦਾ ਹੈ। ਮਹਾਬਲੀ ਕੌਣ ਆ? ਜਿਹੜਾ 10 ਦੇ ਨਾਲ ਲੜਦਾ ਹੈ। ਸੋ ਜਿਹੜੀਆਂ 10 ਇੰਦਰੀਆਂ ਨੂੰ ਵਸ ਕਰ ਲੈਂਦਾ ਉਹ ਮਹਾਬਲੀ ਆ। ਸੂਰਮਾ ਕੌਣ ਆ? ਜਿਹੜਾ ਅਣਗਿਣਤਾਂ ਦੇ ਨਾਲ ਲੜਦਾ, ਜਿਹੜਾ ਮਨ ਦੀਆਂ ਅਣਗਿਣਤ ਵਾਸਨਾਵਾਂ ਦੇ ਨਾਲ ਲੜਦਾ, ਉਹ ਸੂਰਮਾ ਹੈ। ਸੋ ਯੋਧਾ ਉਹ ਆ ਜਿਹੜਾ ਗੁਰੂ ਦੀ ਗੱਲ ਸੁਣੇ। ਜੇ ਇੱਕ ਗੁਰ ਕੀ, ਜਿਹੜਾ ਸਿੱਖ ਗੱਲ ਸੁਣਦਾ ਆ, ਉਹ ਹੈਗਾ ਯੋਧਾ ਆ ਉਹ। ਸੋ ਮਹਾਬਲੀ ਕੌਣ ਆ? ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ ਹੈ, ਪਹਿਲਾਂ ਸੁਣਨੀ ਆ ਫਿਰ ਮੰਨਣੀ ਆ। ਸੂਰਮਾ ਕੌਣ ਆ? ਜਿਹੜਾ ਪ੍ਰੈਕਟੀਕਲ ਉਸਨੇ ਅਧਿਆਸਣ ਵਿੱਚ ਉਹਦੇ ਵਿੱਚ ਵਿਚਰਦਾ ਹੈ।
ਸੋ ਇਹ ਅਸੀਂ ਗੁਰੂ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਸਾਡੇ ਉੱਤੇ, ਅਸੀਂ ਬੇਨਤੀਆਂ ਵੀ ਕਰਦੇ ਹਾਂ ਸਾਰੀ ਸੰਗਤ ਦੇ ਰੂਪ ਵਿੱਚ ਕਿ ਮਹਾਰਾਜ ਜੀ ਇਹ ਸਾਡੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਪਾਓ। ਅਸੀਂ ਨਿੱਕੀ ਨਿੱਕੀ ਗੱਲ ਤੇ ਬਹੁਤ ਕੁਛ ਆਪਣੇ ਆਪ ਨੂੰ ਸਮਝ ਕੇ ਬੈਠ ਜਾਂਦੇ ਹਾਂ, ਬੜੇ ਵੱਡੇ ਭੁਲੇਖੇ ਨੇ। ਇਵੇਂ ਆਪ ਜੀ ਦੇ ਨਾਲ ਹੋਰ ਇਤਿਹਾਸ ਵਿੱਚੋਂ ਇੱਕ ਗੱਲ ਜੇ ਸ਼ੇਅਰ ਕਰੀਏ ਤਾਂ ਕਿ ਸਾਨੂੰ ਕਲੀਅਰ ਰਵੇ ਅਸੀਂ ਕਿੰਨੇ ਗਲਤ ਭਾਵ ਵਿੱਚ ਆ ਜਾਂਦੇ ਹਾਂ। ਇਤਿਹਾਸ ਵਿੱਚ ਹੋਇਆ ਇੱਕ ਗ੍ਰੰਗ ਗੁਸਾਈ ਵਿਦਵਾਨ ਸੀ, ਬੜੇ ਗ੍ਰੰਥ ਪੜ੍ਹੇ ਸੀ ਔਰ ਕਥਾ ਕਰਦਾ ਸੀ ਸੰਗਤ ਦੇ ਵਿੱਚ। ਵਿਦਵਾਨਾਂ ਦਾ ਸਤਿਕਾਰ ਵੀ ਬੜਾ ਕੀਤਾ ਜਾਂਦਾ, ਜਿਹੜੇ ਸੋਹਣੀ ਕਥਾ ਕਰਨ ਉਹ ਸੋਹਣੀ ਕਥਾ ਵੀ ਕਰਦੇ ਸੀ। ਤੋਂ ਇੱਕ ਵਾਰ ਇਹਨਾਂ ਨੇ ਗੰਗਾ ਨਦੀ ਕ੍ਰਾਸ ਕਰਕੇ ਤਾਂ ਦੂਸਰੇ ਪਾਸੇ ਜਾਣਾ ਸੀ, ਬੇੜੀ ਵਿੱਚ ਸਵਾਰ ਹੋਏ। ਉੱਥੇ ਉਸ ਬੇੜੀ ਦੇ ਵਿੱਚ ਇੱਕ ਰੂਹਾਨੀ ਰੂਹ ਵੀ ਬੈਠੀ ਹੈ, ਭਗਵੇਂ ਕੱਪੜੇ ਪਾਏ ਹੋਏ ਨੇ। ਤੇ ਉਹ ਆਪਣੀ ਮਸਤੀ ਵਿੱਚ, ਆਪਣੇ ਆਨੰਦ ਵਿੱਚ, ਆਪਣੇ ਪ੍ਰਭੂ ਭਗਤੀ ਵਿੱਚ ਲੀਨ ਉੱਥੇ ਬੈਠੇ ਨੇ। ਇਹ ਜਦੋਂ ਵਿਦਵਾਨ ਉਹਦੇ ਵਿੱਚ ਬੇੜੀ ਵਿੱਚ ਚੜ੍ਹੇ ਤੇ ਕਿਉਂਕਿ ਵਿਦਵਾਨ ਦਾ ਸਾਰੇ ਸਤਿਕਾਰ ਕਰਦੇ ਸੀ, ਇਹਨਾਂ ਨੂੰ ਲੱਗਿਆ ਵੀ ਇਹ ਜਿਹੜੇ ਬਾਬਾ ਜੀ ਨੇ, ਇਹ ਜਿਹੜੇ ਭਗਵੇਂ ਕੱਪੜਿਆਂ ਵਾਲੇ ਕੋਈ ਬੈਠੇ ਨੇ, ਇਹਨਾਂ ਨੂੰ ਪਤਾ ਨਹੀਂ ਵੀ ਮੈਂ ਐਡਾ ਵੱਡਾ ਵਿਦਵਾਨ ਆਇਆ। ਤੇ ਕੋਲ ਜਾ ਕੇ ਕਹਿੰਦੇ ਨੇ ਬਾਬਾ ਜੀ ਮੈਨੂੰ ਪਛਾਣਿਆ ਮੈਂ ਕੌਣ ਆ? ਉਹ ਕਹਿੰਦੇ ਬੱਚੇ ਪੁੱਤਰ ਹਾਲੇ ਤੱਕ ਤਾਂ ਅਸੀਂ ਆਪਣੇ ਆਪ ਨੂੰ ਨਹੀਂ ਪਛਾਣਿਆ ਮੈਂ ਕੌਣ ਆ। ਤਾਂ ਜਦੋਂ ਇੰਨੀ ਗੱਲ ਕਹੀ ਤਾਂ ਉਹਨੂੰ ਵਿਦਵਾਨ ਨੂੰ ਲੱਗਿਆ ਵੀ ਸ਼ਾਇਦ ਇਸ ਬਾਬੇ ਨੂੰ ਪਤਾ ਨਹੀਂ ਆ ਵੀ ਮੈਂ ਐਡਾ ਵੱਡਾ ਵਿਦਵਾਨ ਆ, ਮੈਂ ਦੱਸ ਹੀ ਦਿੰਦਾ ਆ। ਫਿਰ ਉਹ ਫਿਰ ਵਿਦਵਾਨ ਨੇ ਕਿਹਾ ਕਿ ਬਾਬਾ ਜੀ ਮੈਂ ਗੁਰੰਗ ਗਸਾਈ ਆ, ਐਡਾ ਵੱਡਾ ਮੈਂ ਵਿਦਵਾਨ ਆ, ਸੰਸਕ੍ਰਿਤ ਦਾ ਵਿਦਵਾਨ ਆ, ਇੰਨੇ ਇੰਨੇ ਮੈਂ ਗ੍ਰੰਥ ਪੜ੍ਹੇ, ਸਾਰਾ ਆਪਣਾ ਦੱਸ ਮਾਰਿਆ। ਤੂੰ ਅੱਗੇ ਬਾਬਾ ਜੀ ਕਹਿੰਦੇ ਅੱਛਾ ਉਹ ਤੂੰ ਉਹੀ ਮੂਰਖ ਆ ਜਿਹਦੇ ਬਾਰੇ ਅਸੀਂ ਸੁਣਿਆ ਹੋਇਆ ਵੀ ਬੜਾ ਵੱਡਾ ਹੰਕਾਰ ਦੀ ਪੰਡ ਹਰ ਵੇਲੇ ਆਪਣੇ ਨਾਲ ਚੱਕੀ ਫਿਰਦਾ। ਤੋ ਇੰਨੇ ਤੇ ਉਹ ਵਿਦਵਾਨ ਨੂੰ ਗੁੱਸਾ ਚੜਿਆ। ਉਹਨੇ ਕਿਹਾ ਬਾਬਾ ਮੈਂ ਐਡਾ ਵੱਡਾ ਵਿਦਵਾਨ, ਤੇਰਾ ਫਰਜ਼ ਬਣਦਾ ਆ ਵੀ ਮੇਰਾ ਤੂੰ ਸਤਿਕਾਰ ਕਰੇ। ਮੈਂ ਰਾਮ ਦੀ ਕਥਾ ਕਰਦਾ, ਮੈਂ ਇੰਨੇ ਇੰਨੇ ਗ੍ਰੰਥ ਪੜ੍ਹਦਾ, ਤੂੰ ਤੇਰਾ ਫਰਜ਼ ਨਹੀਂ ਬਣਦਾ ਮੇਰਾ ਸਤਿਕਾਰ ਕਰੇ? ਉਹਨੇ ਕਿਹਾ ਰਾਮ ਦੀ ਕਥਾ ਕਰਦਾ ਤੂੰ? ਹਾਂ ਰਾਮ ਦੀ ਕਥਾ ਕਰਦਾ। ਮੈਂ ਪੁੱਛਿਆ ਉਹਨਾਂ ਨੇ, ਮਹਾਂਪੁਰਖਾਂ ਨੇ ਜਿਹੜੇ ਬੰਦਗੀ ਵਾਲੀ ਰੂਹ ਸੀ, ਕਿਹਾ ਮੂਰਖ ਰਾਮ ਦੀ ਕਥਾ ਕਰਦਾ, ਕਦੀ ਰਾਮ ਦੇ ਨਾਲ ਤੇਰੀ ਗੱਲ ਵੀ ਹੋਈ ਹੈ? ਜਦੋਂ ਇੰਨੀ ਗੱਲ ਕਹੀ ਤਾਂ ਵਿਦਵਾਨ ਨੂੰ ਕੋਈ ਆਨਸਰ ਨਹੀਂ ਆਇਆ। ਉੱਥੇ ਹੁਣ ਉਹ ਕਿਨਾਰੇ ਲੱਗ ਗਈ ਕਿਸ਼ਤੀ, ਤਾਂ ਦੋਨੋਂ ਉਤਰ ਕੇ ਆਪਣਾ ਆਪਣਾ ਚਲੇ ਗਏ। ਇਹ ਵਿਦਵਾਨ ਨੇ ਜਾ ਕੇ ਅੱਜ ਰਾਮ ਦੀ ਕਥਾ ਤਾਂ ਕੀਤੀ, ਲੇਕਿਨ ਅੱਜ ਉਹ ਮਹਾਂਪੁਰਖ ਦੇ ਵਚਨ, ਬੰਦਗੀ ਵਾਲੀ ਰੂਹ ਦੇ ਵਚਨ ਅੰਦਰ ਗੂੰਜ ਰਹੇ ਨੇ ਵੀ ਰਾਮ ਦੀ ਕਥਾ ਕਰਦਾ, ਕਦੀ ਰਾਮ ਦੇ ਨਾਲ ਗੱਲ ਵੀ ਹੋਈ ਤੇਰੀ? ਰਾਮ ਦੀ ਕਥਾ ਕਰਦਾ, ਕਦੀ ਰਾਮ ਦੇ ਨਾਲ ਗੱਲ ਵੀ ਹੋਈ ਤੇਰੀ? ਇੰਨੇ ਇੰਨੇ ਉਹਨਾਂ ਨੇ ਇੱਕ ਹੋਰ ਬਚਨ ਵੀ ਕਿਹਾ ਸੀ ਵੀ ਇੰਨੇ ਇੰਨੇ ਗ੍ਰੰਥਾਂ ਦਾ ਹੰਕਾਰ ਕਰੀ ਫਿਰਦਾ, ਤੈਨੂੰ 2.5 ਅੱਖਰ ਪ੍ਰੇਮ ਦੇ ਵੀ ਆਏ ਕਿ ਨਹੀਂ? ਤਾਂ ਹੁਣ ਲੱਗਿਆ ਮੇਰੇ ਅੰਦਰੋਂ ਪ੍ਰੇਮ ਵੀ ਨਹੀਂ, ਕਦੀ ਰਾਮ ਨਾਲ ਗੱਲ ਵੀ ਨਹੀਂ ਹੋਈ। ਮੁੜ ਕੇ ਫਿਰ ਕਥਾ ਨਹੀਂ ਕੀਤੀ ਸੰਗਤ ਜੀ ਉਸ ਵਿਦਵਾਨ ਨੇ, ਇਹੋ ਜਿਹੀ ਅੰਦਰ ਸੱਟ ਵੱਜੀ। ਉਹ ਵਿਦਵਾਨ ਨੇ ਫਿਰ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, 12 ਸਾਲ ਲਗਾਤਾਰ ਬੰਦਗੀ ਕੀਤੀ, ਲੇਕਿਨ ਰਾਮ ਦੇ ਨਾਲ ਗੱਲ ਨਹੀਂ ਹੋਈ। ਰਾਮਚੰਦਰ ਜੀ ਰਾਮ ਨਹੀਂ, ਉਹ ਰਮਿਆ ਹੋਇਆ ਰਾਮ, ਵਾਹਿਗੁਰੂ ਅਕਾਲ ਪੁਰਖ, ਰਾਮ ਨਾਲ ਗੱਲ ਨਹੀਂ ਹੋਈ। ਹੁਣ ਇੰਨੇ ਨਿਰਾਸ਼ ਹੋ ਗਿਆ ਵਿਦਵਾਨ ਕਿ ਇਹਦੇ ਨਾਲ ਤਾਂ ਮਰ ਜਾਵੇ ਜਦ ਰਾਮ ਹੀ ਨਹੀਂ, ਰਾਮ ਨਾਲ ਗੱਲ ਹੀ ਨਹੀਂ ਹੋਈ, ਉਹਦੇ ਦਰਸ਼ਨ ਹੀ ਨਹੀਂ ਹੋਏ, ਮਿਲਾਪ ਹੀ ਨਹੀਂ ਹੋਇਆ। ਤਾਂ ਅੱਜ ਨਿਰਾਸ਼ ਹੋ ਕੇ ਫਿਰ ਉਸੇ ਕਿਨਾਰੇ, ਉਹ ਗੰਗਾ ਦੇ ਕਿਨਾਰੇ ਆ ਗਏ ਤੇ ਇਹਦੇ ਵਿੱਚ ਮੈਂ ਛਾਲ ਮਾਰਾਂ ਤੇ ਮਰ ਜਾਵਾਂ। ਉੱਥੇ ਬੜੇ ਲੋਕ ਸੀਗੇ, ਕਹਿੰਦੇ ਜੇ ਮੈਂ ਇੱਥੇ ਛਾਲ ਮਾਰੀ ਮੈਨੂੰ ਲੋਕਾਂ ਨੇ ਕੱਢ ਕੇ ਬਚਾ ਲੈਣਾ, ਚਲੋ ਮੈਂ ਕਿਸ਼ਤੀ ਸਵਾਰ ਹੋ ਕੇ ਜਦੋਂ ਕਿਸ਼ਤੀ ਵਿੱਚ ਜਾਊਗੀ ਨਾ ਡੂੰਘੇ ਪਾਣੀ, ਉੱਥੇ ਛਾਲ ਮਾਰ ਕੇ ਮਰੂੰਗਾ। ਤਾਂ ਕਿਸ਼ਤੀ ਸਵਾਰ ਹੋਣ ਲੱਗੇ ਤਾਂ ਅੱਜ ਸਾਹਮਣੇ ਫਿਰ ਉਹੀ ਜਿਹੜੇ 12 ਸਾਲ ਪਹਿਲਾਂ ਬਜ਼ੁਰਗ ਬੰਦਗੀ ਵਾਲੀ ਰੂਹ ਮਿਲੀ ਸੀ, ਅੱਜ ਫਿਰ ਟੱਕਰ ਗਈ। ਅੱਜ ਜਿਹੜਾ ਗੁਰੰਗ ਗਸਾਈ ਵਿਦਵਾਨ ਸੀ ਅੰਦਰੋਂ ਬਦਲ ਗਿਆ ਸੀ, ਇਹਨੇ ਅੱਜ ਉਹ ਮਹਾਂਪੁਰਖਾਂ ਦੇ ਚਰਨਾਂ ਵਿੱਚ ਸੀਸ ਰੱਖ ਦਿੱਤਾ। ਜਦੋਂ ਸੀਸ ਰੱਖਿਆ, ਅੱਗੇ ਤਾਂ ਕਹਿੰਦੇ ਸੀ ਨਾ ਉਹ ਇਹ ਮੇਰਾ ਸਤਿਕਾਰ ਕਰੇ, ਤਾਂ ਅੱਜ ਆਪ ਸੀਸ ਰੱਖ ਦਿੱਤਾ। ਤਾਂ ਉਹਨਾਂ ਮਹਾਂਪੁਰਖਾਂ ਨੇ ਪੁੱਛਿਆ ਬੱਚੇ ਤੂੰ ਕੌਣ ਹੈ? ਅੱਜ ਗੁਰੰਗ ਗਸਾਈ ਕਹਿ ਰਿਹਾ ਕਿ ਬਾਬਾ ਜੀ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਸਾਰਾ ਜੀਵਨ ਬੀਤ ਗਿਆ, ਮੈਨੂੰ ਹਾਲੇ ਤੱਕ ਪਤਾ ਹੀ ਨਹੀਂ ਚੱਲਿਆ ਮੈਂ ਕੌਣ ਹਾਂ। ਤੇ ਉਹ ਫਿਰ ਉਹ ਕਹਿੰਦੇ ਨੇ ਅੱਛਾ ਤੂੰ ਤਾਂ ਐਡਾ ਵੱਡਾ ਵਿਦਵਾਨ ਆ, ਸੰਸਕ੍ਰਿਤ ਦਾ ਵਿਦਵਾਨ, ਗ੍ਰੰਥਾਂ ਦਾ ਵਿਦਵਾਨ, ਰਾਮ ਦੀ ਕਥਾ ਕਰਨ ਵਾਲਾ।
ਕਹਿੰਦੇ ਨਹੀਂ ਬਾਬਾ ਜੀ, ਮੈਨੂੰ 2.5 ਅੱਖਰ ਪ੍ਰੇਮ ਦੀ ਨਹੀਂ ਆਏ, ਮੇਰੀ ਰਾਮ ਦੇ ਨਾਲ ਗੱਲ ਨਹੀਂ ਹੋਈ ਬਾਬਾ ਜੀ, ਮੈਨੂੰ ਕੁਛ ਨਹੀਂ ਪਤਾ। ਔਰ ਨਾਲ ਬੜੇ ਨਿਰਾਸ਼ ਹੋ ਕੇ ਕਿਹਾ, ਬਾਬਾ ਜੀ ਹੁਣ ਮੈਂ ਮਰਨ ਚੱਲਿਆ, ਮੈਂ 12 ਸਾਲ ਰਾਮ ਰਾਮ ਬੜਾ ਪੁਕਾਰਿਆ, ਮੇਰੀ ਰਾਮ ਨਾਲ ਗੱਲ ਨਹੀਂ ਹੋਈ, ਮੈਂ ਮਰਨ ਚੱਲਾ, ਮੈਂ ਨਿਰਾਸ਼ ਹੋ ਗਿਆ ਇਸ ਜੀਵਨ ਤੋਂ। ਉੱਥੇ ਬਾਬਾ ਜੀ ਨੇ ਕਿਹਾ, ਸੀਸ ਦੇ ਉੱਤੇ ਹੱਥ ਰੱਖਿਆ, ਕਿਹਾ ਨਹੀਂ ਬੱਚੇ, ਹੁਣ ਤੈਨੂੰ ਰਾਮ ਕਦੀ ਨਹੀਂ ਭੁੱਲੇਗਾ। ਸੀਸ ਦੇ ਉੱਤੇ ਹੱਥ ਰੱਖ ਕੇ ਕਿਹਾ, ਬੋਲ ਰਾਮ ਰਾਮ ਰਾਮ। ਬਾਬਾ ਜੀ ਨੇ ਰਾਮ ਰਾਮ ਜਪਾਇਆ, ਬਸ ਫਿਰ ਉਹ ਰਾਮ ਰਾਮ ਹੀ ਅੰਦਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਤੋ ਸੰਗਤ ਜੀ, ਜਦ ਤੱਕ ਸਾਡਾ ਹੰਕਾਰ ਆ ਨਾ, ਇਹ ਘਟਨਾ ਸਾਨੂੰ ਇਹ ਦੱਸ ਰਹੀ ਆ, ਜਦੋਂ ਮੈਂ ਚੱਲ ਰਿਹਾ ਸੀ ਵਿਦਵਾਨ ਦੇ ਅੰਦਰ, ਜਿੰਨਾ ਮਰਜੀ ਰਾਮ ਦੀ ਕਥਾ ਕੀਤੀ, ਅੰਦਰ ਰਾਮ ਠਹਿਰਿਆ ਨਹੀਂ, ਅੰਦਰ ਉਹ ਪ੍ਰੇਮ, ਰੱਬੀ ਪ੍ਰੇਮ ਜਾਗਿਆ ਨਹੀਂ। ਲੇਕਿਨ ਜਦੋਂ ਹੋ ਗਿਆ ਵੀ ਮੈਨੂੰ ਪਤਾ ਹੀ ਨਹੀਂ ਕੁਛ ਵੀ, ਉਦੋਂ ਜਾ ਕੇ ਰੱਬੀ ਪ੍ਰੇਮ ਜਾਗਿਆ। ਉਦੋਂ ਫਿਰ ਬਾਬਾ ਜੀ ਨੇ ਕਹਿ ਦਿੱਤਾ, ਹੁਣ ਨਹੀਂ ਤੈਨੂੰ ਰਾਮ ਕਦੀ ਭੁੱਲੇਗਾ। ਸੋ ਹੋਮ ਹੁਆ ਖੁਦਾ ਹੁਆ। ਇਸੀ ਆਪਣੇ ਅੰਦਰ, ਇਸ ਅੰਦਰ ਆਪਣੇ ਗੱਲ ਬਿਠਾ ਲਈਏ। ਗੁਰੂ ਮਹਾਰਾਜ ਦੀ ਕਿਰਪਾ ਸਾਡੀ ਦ੍ਰਿਸ਼ਟੀ ਸਾਡੇ ਤੇ ਬਣੀ ਰਹੇ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ, ਕੋਟਾਨ ਕੋਟਾਨ ਸ਼ੁਕਰਾਨਾ ਸੰਗਤ ਜੀ। ਤੁਹਾਡੇ ਚਰਨਾਂ ਦੀ ਧੂੜੀ ਪਿੱਛੇ, ਤੁਹਾਡੀ ਸੰਗਤਾਂ ਦੀ ਦਰਸ਼ਨਾਂ ਦੇ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਇਹ ਇੰਨੇ ਅਸੀਂ ਅੱਜ ਭਗਤਾਂ ਦੀ, ਮਹਾਂਪੁਰਖਾਂ ਦੀ, ਰੰਗ ਰਤੀਆਂ ਰੂਹਾਂ ਦੀ, ਜਿਹੜੇ ਸੱਚ ਵਿੱਚ ਇਹ ਭੇਦ ਹੋ ਗਏ, ਗੁਰੂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ, ਉਹਨਾਂ ਦੀ ਵਾਸਤਾ ਸਾਡੀ ਹੱਥ ਜੋੜ ਕੇ ਸਾਰੀ ਸੰਗਤ ਵੱਲੋਂ ਬੇਨਤੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਸਾਰੀ ਸੰਗਤ ਦੇ ਉੱਤੇ ਆਪਣੀ ਬਖਸ਼ਿਸ਼ ਕਰੋ, ਆਪਣੇ ਕਰਮ ਖੰਡ ਵਾਲੀ ਬਖਸ਼ਿਸ਼ ਕਰੋ, ਕਿ ਸਾਨੂੰ ਵੀ ਸੱਚਖੰਡ ਵਿੱਚ ਸੱਚ ਦਾ ਹਿੱਸਾ ਬਣਾ ਦਿਓ। ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।